श्री वाहिगुरु साहिब जी। भैरव महला पहला। सगली रैन सोवत गल फाही, दिनस जंजाल गवाया। खिन पाल घड़ी नहीं प्रभ जानिया, जिन एहो जगत उपाया। सगली रैन सोवत गल फाही। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगी अटल, शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ, सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाभ प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। भैरव महला पहला। भैरव राग दे विच पहले पातशाह धन सतगुरु श्री गुरु नानक देव साहिब जी महाराज आम मनुख दी जिस प्रकार उम्र गुजरती है उस प्रकार कथन करके उपदेश बख्शिश कर रहे हैं। सगली रैन सोवत गल फाही। ਜਿਹੜੇ ਸੰਤ ਮਹਾਂਪੁਰਖ ਹਨ ਗੁਰਦੁਆਰੇ ਦੇ ਗੁਰਮੁਖ ਨੇ, ਇਹ ਕਥਾ ਉਹਨਾਂ ਦੀ ਨਹੀਂ ਹੈ। ਉਹਨਾਂ ਦੀ ਕਥਾ ਬਾਰੇ ਤਾਂ ਬਚਨ ਆਉਂਦਾ ਹੈ ਪਿੰਨੀ ਰੈਣੜੀਐ ਚਾ ਮੱਕਣ ਤਾਰੇ। ਜਾਗੈ ਸੰਤ ਜਨ ਮੇਰੇ ਰਾਮ ਪਿਆਰੇ। राम प्यारे सदा जागै नाम सिमरै आनंद नो। पर जिहड़े आम मनुख ने उन्हां दी सारी रात सुते होइयां नींद दी फाही दे विच जो जीव दे गले विच पई रहिंदी है, इसे तरह ही बतीत हुंदी है। इसे प्रकार सगली रैन सोवत गल फाही। वशई पुरखां दे गल विच सारी रात कांतां दियां भुजावां रूप फाही पई रहिंदी है। इसे तरह ही रात विषय विकारां दे विच बतीत हुंदी है। गल पई सो जम की पास। दिनस जंजाल गवाया। अते दिन बंधना में फस के उन्होंने गवा दिता है। खिन पाल घड़ी नहीं प्रभ जानिया। सो ਜਿਹੜਾ परमात्मा जिन एहो जगत उपाया। जिस
ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਸੰਸਾਰ ਪੈਦਾ ਕੀਤਾ ਹੈ, ਉਸ ਪ੍ਰਭੂ ਨੂੰ ਇੱਕ ਛਿਨ, ਇੱਕ ਪਲ ਅਤੇ ਇੱਕ ਘੜੀ ਮਾਤਰ ਵੀ ਨਹੀਂ ਜਾਣਨ ਕੀਤਾ, ਭਾਵ ਕਿ ਉਸ ਦਾ ਨਾਮ ਨਹੀਂ ਜਪਿਆ। ਮਨ ਰੇ ਹੈ ਮੇਰਿਆ ਮਨਾ, ਕਿਉ ਛੂਟਸ ਦੁਖ ਭਾਰੀ। ਇਸ ਪ੍ਰਕਾਰ ਤੂੰ ਕਿਵੇਂ ਛੁੱਟ ਸਕੇਗਾ, ਕਿਉਂਕਿ ਤੈਨੂੰ ਜੰਮਣ ਮਰਨ ਦੇ ਭਾਰੀ ਦੁੱਖ ਚੰਬੜੇ ਹੋਏ ਹਨ। ਕਿਆ ਲੈ ਆਵਸ ਕਿਆ ਲੈ ਜਾਵਸ। ਤੂੰ ਇਸ ਸੰਸਾਰ ਦੇ ਵਿੱਚ ਕੀ ਲੈ ਕੇ ਆਇਆ ਸੀ ਅਤੇ ਕੀ ਲੈ ਕਰਕੇ ਜਾਵੇਂਗਾ, ਭਾਵ ਪੁੰਨ ਲੈ ਕੇ ਆਇਆ ਸੀ ਅਤੇ ਪਾਪ ਲੈ ਕੇ ਜਾਵੇਂਗਾ, ਜਾਂ ਖਾਲੀ ਹੱਥੀਂ ਆਇਆ ਸੀ ਅਤੇ ਖਾਲੀ ਹੱਥੀਂ ਜਾਵੇਂਗਾ। ਰਾਮ ਜਪਹੁ ਗੁਣਕਾਰੀ। ਇਸ ਲਈ ਗੁਣ ਕਰਨ ਵਾਲੇ ਰਾਮ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਜਾਂ ਉਪਕਾਰੀ ਸਤਿਗੁਰਾਂ ਨਾਲ ਮਿਲ ਕੇ ਰਾਮ ਨਾਮ ਜਪਣਾ ਕਰ, ਜਾਂ ਰਾਮ ਨਾਮ ਨੂੰ ਜਪ। ਜੋ ਗੁਣ ਵਿਸ਼ਿਆਂ ਨੂੰ ਮੇਟਣ ਦੀ ਕਾਰੀ ਦਵਾਈ ਰੂਪ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਦਉ ਕਵਲ ਮਨ ਮੁਖ ਮਤ ਹੋਛੀ। ਇਹ ਮਨਮੁਖ ਜੀਵ, ਤੇਰਾ ਹਿਰਦਾ ਰੂਪ ਕਮਲ ਬੇਮੁਖ ਹੋਣ ਰੂਪ ਮੁੱਦਾ ਹੋਇਆ ਪਿਆ ਹੈ, ਅਤੇ ਤੇਰੀ ਮਨਮੁਖਤਾਈ ਵਾਲੀ ਜੋ ਮਾਤਾ ਅਕਲ ਹੈ ਇਹ ਤੁਸ਼ ਹੈ। ਮਨ ਅੰਧੈ ਸਿਰ ਧੰਦਾ। ਤੂੰ ਮਨ ਕਰਕੇ ਅਗਿਆਨੀ ਹੈ ਅਤੇ ਜੰਜਾਲਾਂ ਵਿੱਚ ਹੀ ਆਪਣਾ ਸਿਰ ਦਿੱਤਾ ਹੋਇਆ ਹੈ, ਭਾਵ ਕੰਮਾਂ ਕਾਰਾਂ ਦੇ ਵਿੱਚ ਹੀ ਗਲਤਾਨ ਹੋਇਆ ਰਹਿੰਦਾ ਹੈ। ਕਾਲ ਬੇਕਾਲ ਸਦਾ ਸਿਰ ਤੇਰਾ। ਮੌਤ ਅਤੇ ਮੌਤ ਤੋਂ ਉਲਟ ਭਾਵ ਜਨਮ ਅਰਥਾਤ ਜੰਮਣ ਮਰਨ ਦਾ ਗੀੜਾ ਹਮੇਸ਼ਾ ਤੇਰੇ ਸਿਰ ਉੱਪਰ ਬਣਿਆ ਰਹਿੰਦਾ ਹੈ। ਬਿਨ ਨਾਵੈ ਗਲ ਫੰਦਾ। ਜੋ ਪਰਮਾਤਮਾ ਦਾ ਨਾਮ ਹੈ, ਇਸ ਤੋਂ ਬਿਨਾ ਗਲ ਦੇ ਵਿੱਚ ਜਮਨ ਦਾ ਫਾਹਾ ਪੈਂਦਾ ਹੈ, ਜਾਂ ਨਾਮ ਤੋਂ ਬਿਨਾ ਹੋਣ ਕਰਕੇ ਮਾਇਆ ਦਾ, ਤ੍ਰਿਸ਼ਨਾ ਦਾ, ਅਗਿਆਨ ਹਲਕ ਦਾ ਫਾਹਾ ਜਾਂ ਇਹ ਫਾਈ ਪਈ ਰਹਿੰਦੀ ਹੈ। ਡਗਰੀ ਚਾਲ ਨੇਤਰ ਫੁਨ ਅਦੁਲੇ। ਬਿਰਧ ਅਵਸਥਾ ਦੇ ਵਿੱਚ ਜਿਹੜੀ ਤੋਰ ਹੈ ਇਹ ਡਗਮਗੀ, ਭਾਵ ਡਾਮਾਡੋਲ ਹੋ ਜਾਂਦੀ ਹੈ, ਅਤੇ ਫੁਨ ਪੁਨ੍ਹਾ ਜਿਹੜੇ ਨੇਤਰ ਨੈਣ ਹਨ ਇਹ ਵੀ ਅਧੁਲੇ। ਅਰਥ ਤਾਂ ਅੰਧਲੇ ਦਾ ਹੈ, ਪਰ ਟਿਪੀ ਹੈ ਕੋਈ ਨਹੀਂ। ਪਾਠ ਅਧੁਲੇ ਹੀ ਸਹੀ ਹੈ। ਇਹ ਨੈਣ ਵੀ ਅੰਨੇ ਜਿਹੇ ਹੋ ਜਾਂਦੇ ਹਨ। ਨੈਣੋਂ ਨੀਰ ਬਹੈ ਤਨ ਖੀਨਾ, ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪੈਂਦਾ। ਕੱਲ ਵੀ ਕਥਾ ਆਈ ਸੀ, ਨੇਤਰੀ ਧੁੰਦ ਕਰਨ ਪਈ ਬਹਿਰੇ। ਨੇਤਰਾਂ ਦੇ ਵਿੱਚ ਧੁੰਦ ਜਿਹੀ ਆ ਜਾਂਦੀ, ਧੁੰਦਲਾ ਜਿਹਾ ਦਿਖਣ ਲੱਗ ਪੈਂਦਾ। ਜਿਹੜੇ ਕੰਨ ਨੇ ਉਹ ਬੋਲੇ ਹੋ ਜਾਂਦੇ ਨੇ, ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਹੈ। ਜੋ ਪੁਰਾਤਨ ਸਰੂਪ ਨੇ ਉਹਨਾਂ ਦੇ ਵਿੱਚ ਇਹ ਜਿਸ ਤਰ੍ਹਾਂ ਪਾਠ ਆਉਂਦਾ ਹੈ ਉਸੇ ਤਰ੍ਹਾਂ ਹੀ ਆਪਾਂ ਕੀਤਾ ਹੈ। ਅੱਜ ਕੱਲ੍ਹ ਨਵੇਂ ਸਰੂਪਾਂ ਦੇ ਵਿੱਚ ਕਈਆਂ ਜਗ੍ਹਾ 'ਤੇ ਟਿੱਪੀ ਦੇ ਵੀ ਦਰਸ਼ਨ ਹੁੰਦੇ ਨੇ ਅੰਧਲੇ, ਪਰ ਟਿੱਪੀ ਤੋਂ ਬਗੈਰ ਸਹੀ ਪਾਠ ਹੈ। ਇਸ ਲਈ ਸੋ ਅੱਖਾਂ ਦੇ ਵਿੱਚੋਂ ਪਾਣੀ ਵਗਣ ਕਰਕੇ, ਧੁੰਦਲਾ ਜਿਹਾ ਦਿਖਣ ਕਰਕੇ ਇਹ ਅੰਨਿਆਂ ਦੀ ਤਰ੍ਹਾਂ ਹੋ ਗਏ ਨੇ। ਸ਼ਬਦ ਸੁਰਤ ਨਹੀਂ ਪਾਈ। ਸ਼ਬਦ ਗੁਰ ਉਪਦੇਸ਼ ਜਾਂ ਬ੍ਰਹਮ ਦੇ ਵਿੱਚ
ਪਰ ਫਿਰ ਵੀ ਜੀਵਨ ਤਾਂ ਹੋ ਗਿਆ, ਤੇ ਇਹਨੂੰ ਗੁਰਾਂ ਦੇ ਉਪਦੇਸ਼ ਦੇ ਵਿੱਚ ਬਿਰਤੀ ਲਾਉਣੀ ਜਾਂ ਬ੍ਰਹਮ ਦੇ ਵਿੱਚ ਆਪਣੀ ਬਿਰਤੀ ਲਾਉਣੀ ਚੰਗੀ ਨਹੀਂ ਲੱਗੀ ਹੈ। ਸ਼ਾਸਤਰ ਵੇਦ ਤ੍ਰਿਗੁਣ ਹੈ ਮਾਇਆ। ਇਹ ਸ਼ਾਸਤਰ ਚਾਰ ਵੇਦ ਜਾਂ ਤਿੰਨ ਗੁਣਾਂ ਵਾਲੀ ਮਾਇਆ ਵਾਲੇ ਹਨ। ਅੰਧ ਲਾਓ ਧੰਦ ਕਮਾਈ। ਇਹਨਾਂ ਦੇ ਸਿਧਾਂਤ ਤੋਂ ਮਾਂਝਾ ਕਰਮ ਕਰਨ ਵਿੱਚ ਫਸਿਆ ਹੋਇਆ ਅੰਧਲੋ ਅਗਿਆਨੀ ਜੀਵ ਧੰਦਿਆਂ ਦੀ ਕਮਾਈ ਹੀ ਕਰੀ ਜਾਂਦਾ ਹੈ। ਹੋਇਓ ਮੂਲ ਲਾਭ ਕਹਿ ਪਾਵਸ। ਸੋ ਪਾਸ਼ਾ ਜੀ ਫਰਮਾਉਂਦੇ ਨੇ, ਦੁਰਮਤ ਗਿਆਨ ਵਿਹੂਣੇ। ਇਹ ਗਿਆਨ ਤੋਂ ਹੀਨ ਖੋਟੀ ਮਤ ਵਾਲੇ ਜੀਵ ਜਦੋਂ ਤੋਂ ਪੁੰਨ ਰੂਪੀ ਜਾਂ ਸਵਾਸਾਂ ਰੂਪੀ ਪੂੰਜੀ ਨੂੰ ਹੀ ਗਵਾ ਲਿਆ, ਫਿਰ ਨਾਮ ਰੂਪ ਸਰੂਪ ਰੂਪ ਲਾਭ ਕਿਤੋਂ ਪਾ ਸਕੇਗਾ, ਭਾਵ ਨਹੀਂ ਪਾ ਸਕੇਗਾ। ਸ਼ਬਦ ਵਿਚਾਰ ਰਾਮ ਰਸ ਚਾਖਿਆ। ਜਿਨ੍ਹਾਂ ਪੁਰਖਾਂ ਨੇ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਪਰਮਾਤਮਾ ਦੇ ਪ੍ਰੇਮ ਰਸ ਜਾਂ ਨਾਮ ਰਸ ਨੂੰ ਚਖਿਆ, ਭਾਵ ਧਾਰਨ ਕੀਤਾ ਹੈ। ਨਾਨਕ ਸਾਚ ਪਤੀਣੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਦੇ ਮਨ ਸੱਚੇ ਪਰਮਾਤਮਾ ਦੇ ਵਿੱਚ ਪਤੀਜ ਗਏ ਹਨ। ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਸਾਹਿਬ ਜੀ ਸੇਵਕ ਦੀ ਵਡਿਆਈ ਕਰਦੇ ਹਨ। ਗੁਰ ਕੈ ਸੰਗ ਰਹਿ ਦਿਨ ਰਾਤੀ। ਜੋ ਮਨੁੱਖ ਦਿਨ ਤੇ ਰਾਤ ਸਦਾ ਹੀ ਗੁਰਾਂ ਦੇ ਨਾਲ ਆਪਣਾ ਚਿੱਤ ਜੋੜ ਕੇ ਰਹਿੰਦਾ ਹੈ। ਰਾਮ ਰਸਨ ਰੰਗ ਰਾਤਾ। ਅਤੇ ਰਸਨਾ ਜ਼ਬਾਨ ਕਰਕੇ ਰਮੰਤੀ ਸਾਰਾਮਾ ਪਰਮਾਤਮਾ ਦੇ ਨਾਮ ਜਪਣ ਦੇ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਜਿਵੇਂ ਭਾਈ ਗੋਂਦਾ ਜੀ ਸਤਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਬਹੁਤ ਸ਼ਰਧਾ ਅਤੇ ਲਗਨ ਦੇ ਨਾਲ ਸੇਵਾ ਕਰਿਆ ਕਰਦੇ ਸਨ ਅਤੇ ਹਮੇਸ਼ਾ ਸਿਮਰਨ ਦੇ ਵਿੱਚ ਲੀਨ ਰਹਿੰਦੇ ਸਨ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਿ ਤੁਹਾਡੀ ਕੱਲ ਨਾ ਥਾਈ ਪਾਈ ਹੈ, ਹੁਣ ਤੁਸੀਂ ਕਾਬਲ ਦੇ ਵਿੱਚ ਜਾ ਕੇ ਸਿੱਖ ਸੰਗਤਾਂ ਨੂੰ ਸਿੱਖੀ ਦ੍ਰਿੜ ਕਰਵਾਓ ਅਤੇ ਜੋ ਸੰਗਤਾਂ ਵੱਲੋਂ ਕਾਰ ਸੇਵਾ ਭੇਟਾ ਹੋਵੇ ਉਸ ਦੇ ਨਾਲ ਲੰਗਰ ਚਲਾਓ। ਤਹਿ ਕੀ ਜੋ ਗੁਰਕਾਰ ਅਸ਼ੇਸ਼ ਕਰੋ ਸਕੀਲਨ ਸਗਰੀ ਦੇਸ਼। ਸੰਤ ਅਤਿਤ ਸਿੱਖਿਆ ਨ ਚਵਾਵੋ ਗੁਰ ਕੀ ਦੇਗ ਵਿਸਾਲ ਚਲਾਵੋ। ਮਤਲਬ ਜੋ ਗੁਰੂ ਘਰ ਦੀ ਕਾਰ ਭੇਟਾ ਦਸਵੰਧ ਹੈ ਉਹ ਸਾਰੇ ਕਾਬੁਲ ਦੇਸ਼ ਵਿੱਚੋਂ ਇਕੱਤਰ ਕਰੋ। ਲੋੜਵੰਦ ਨੂੰ ਸੰਤਾਂ ਸਾਧੂਆਂ ਨੂੰ ਸਿੱਖਾਂ ਨੂੰ ਛਕਾਵੋ। ਗੁਰੂ ਕੇ ਨਾਮ ਦੇ ਗੁਰੂ ਕਾ ਲੰਗਰ ਚਲਾਵੋ। ਭਾਵੇਂ ਭਾਈ ਗੋਂਦਾ ਜੀ ਦਾ ਸਤਿਗੁਰਾਂ ਦੇ ਪਾਸੋਂ ਜਾਣ ਨੂੰ ਚਿੱਤ ਤਾਂ ਨਹੀਂ ਕਰਦਾ ਸੀਗਾ, ਪਰੰਤੂ ਸਤਿਗੁਰਾਂ ਦਾ ਬਚਨ ਮੰਨਦੇ ਹੋਏ ਸਤਿਗੁਰਾਂ ਦੇ ਚਰਨਾਂ ਪਰ ਸੀਸ ਨਿਵਾਇਆ ਅਤੇ ਆਗਿਆ ਪਾ ਕੇ ਕਾਬੁਲ ਵੱਲ ਚੱਲ ਪਏ। ਕਾਬੁਲ ਚੱਲ ਕੇ ਉਹਨਾਂ ਨੇ ਇੱਕ ਧਰਮਸ਼ਾਲਾ ਬਣਵਾਈ। ਦੋਵੇਂ ਵੇਲੇ ਸਤਸੰਗ ਹੋਣ ਲੱਗਾ ਅਤੇ ਸੰਗਤ ਵੱਲੋਂ ਭੇਟ ਕੀਤੀ ਕਾਰ ਭੇਟਾ ਨਾਲ ਲੰਗਰ ਚਲਾਉਣ ਲੱਗੇ। ਹਰ ਰੋਜ਼ ਸਤਿਗੁਰਾਂ ਦੀ ਬਾਣੀ ਪੜ੍ਹਦੇ ਅਤੇ ਸੰਗਤਾਂ ਨੂੰ ਸਰਵਣ ਕਰਾਉਂਦੇ। ਹਮੇਸ਼ਾ ਵਾਹਿਗੁਰੂ ਮੰਤਰ ਵਿੱਚ ਲੀਨ ਰਹਿੰਦੇ। ਸੁਤੇ ਹੀ ਉਹਨਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੁੜਨ ਲੱਗ ਪਿਆ।
ਇੱਕ ਵਾਰ ਭਾਈ ਗੋਂਦਾ ਜੀ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ਗੁਰੂ ਚਰਨਾਂ ਦੇ ਧਿਆਨ ਵਿੱਚ ਐਸੇ ਲੀਨ ਹੋਏ ਕਿ ਧਿਆਨ ਵਿੱਚ ਹੀ ਸਤਿਗੁਰਾਂ ਦੇ ਦੋਵੇਂ ਚਰਨ ਘੁੱਟ ਕੇ ਪਕੜ ਲਏ। ਸਰੀਰ ਦਾ ਚੇਤਾ ਹੀ ਭੁੱਲ ਗਿਆ। ਧਿਆਨ ਵਿਖੇ ਗੁਰ ਕੇ ਨਿਜ ਹਾਥ ਆਪਣੇ ਮਨ ਬੁੱਧ ਰੂਪ ਹੱਥਾਂ ਦੇ ਨਾਲ ਧਿਆਨ ਦੇ ਵਿੱਚ ਹੀ ਗੁਰਾਂ ਦੇ ਚਰਨ ਪਾਦਰ ਬਿੰਦ ਗਏ ਗਏ ਰਤ ਸਾਥ ਪਿਆਰ ਦੇ ਨਾਲ ਕਮਲ ਸ੍ਰੀ ਕੇ ਚਰਨ ਮਹਾਰਾਜ ਗੁਰੂ ਹਰਿ ਸਾਹਿਬ ਜੀ ਦੇ ਪਕੜ ਲਏ। ਇਹੋ ਜਿਹੇ ਫੜੇ ਇਸ ਆਨੰਦ ਮੈਂ ਲੈ ਹੋਏ ਗਇਓ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਸੇ ਆਨੰਦ ਦੇ ਵਿੱਚ ਹੀ ਲੀਨ ਹੋ ਗਏ। ਨਿਰਵਿਕਲਪ ਸਮਾਧ ਥਿਤ ਠਹਿਓ, ਜਿਹਦੇ ਵਿੱਚ ਕੋਈ ਸੰਕਲਪ ਵਿਕਲਪ ਵੀ ਨਾ ਫੁਰੇ। ਐਸੀ ਨਿਰਵਿਕਲਪ ਸਮਾਧੀ ਦੇ ਵਿੱਚ ਸਥਿਤ ਹੋ ਗਏ। ਇਧਰ ਸ੍ਰੀ ਕੀਰਤਪੁਰ ਸਾਹਿਬ ਕੇ ਸਤਿਗੁਰੂ ਹਰਿ ਸਾਹਿਬ ਜੀ ਅੰਮ੍ਰਿਤ ਵੇਲੇ ਸਿੰਘਾਸਨ ਤੇ ਬੈਠੇ ਹੀ ਸਨ। ਰਾਗੀ ਕੀਰਤਨ ਕਰ ਰਹੇ ਸਨ। ਸਤਿਗੁਰੂ ਮਹਾਰਾਜ ਜੀ ਨੇ ਮਹਿਸੂਸ ਕੀਤਾ ਕਿ ਸਾਡੇ ਪੈਰ ਕਿਸੇ ਨੇ ਘੁੱਟ ਕੇ ਫੜ ਲਏ ਨੇ। ਮਹਾਰਾਜ ਨੇ ਆਪਣੇ ਦੋਵੇਂ ਚਰਨ ਇਕੱਠੇ ਕਰ ਲਏ ਔਰ ਅਹਿਲ ਅਡੋਲ ਅਵਸਥਾ ਦੇ ਵਿੱਚ ਬੈਠੇ ਰਹੇ। ਸਤਿਗੁਰੂ ਮਹਾਰਾਜ ਜੀ ਨੇ ਆਪਣਾ ਕੋਈ ਵੀ ਚਰਨ ਨਾ ਹਿਲਾਇਆ। ਦੋ ਪੈਰ ਦਿਨ ਬਤੀਤ ਹੋ ਗਿਆ। ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਲੰਗਰ ਤਿਆਰ ਹੈ, ਪਰੰਤੂ ਗੁਰੂ ਜੀ ਕੁਝ ਨਾ ਬੋਲੇ। ਸਾਰੇ ਸਿੱਖ ਹੈਰਾਨ ਸਨ, ਪਰੰਤੂ ਇਸ ਪ੍ਰੇਮ ਦੀ ਖੇਡ ਨੂੰ ਕੌਣ ਸਮਝ ਸਕਦਾ ਸੀ। ਦੋ ਵਾਰ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ हे ਸਤਿਗੁਰੂ ਜੀ, ਲੰਗਰ ਠੰਡਾ ਹੋ ਚੁੱਕਾ ਹੈ, ਆਪ ਜੀ ਤੋਂ ਬਿਨਾ ਕਿਸੇ ਨੇ ਵੀ ਲੰਗਰ ਨਹੀਂ ਛਕਣਾ। ਸਤਿਗੁਰੂ ਜੀ ਫਿਰ ਵੀ ਚੁੱਪ ਰਹੇ ਅਤੇ ਅਡੋਲ ਬੈਠੇ ਰਹੇ। ਅਖੀਰ ਜਦੋਂ ਦੋ ਕੁ ਘੜੀਆਂ ਦਿਨ ਬਾਕੀ ਰਹਿ ਗਿਆ ਤਾਂ ਸਤਿਗੁਰੂ ਜੀ ਨੇ ਨੇਤਰ ਖੋਲੇ ਅਤੇ ਆਪਣੇ ਪਾਵਨ ਚਰਨ ਹਿਲਾਏ। ਸੰਗਤਾਂ ਨੇ ਬੜੀ ਹੈਰਾਨੀ ਨਾਲ ਸਤਿਗੁਰੂ ਜੀ ਤੋਂ ਇਸ ਤਰ੍ਹਾਂ ਅਡੋਲ ਬੈਠੇ ਰਹਿਣ ਦਾ ਕਾਰਨ ਪੁੱਛਿਆ। ਤਦੋਂ ਸਤਿਗੁਰੂ ਜੀ ਨੇ ਦੱਸਿਆ ਕਿ ਕਾਬਲ ਮੈਂ ਹੈ ਗੋਂਦਾ ਸਿੱਖ ਰਹੇ। ਇਹ ਗੁਰਮੁਖੋ, ਕਾਬਲ ਦੇ ਵਿੱਚ ਇੱਕ ਭਾਈ ਗੋਂਦਾ ਨਾਮ ਦਾ ਸਿੱਖ ਰਹਿੰਦਾ ਹੈ। ਧਰੇ ਧਿਆਨ ਦੋਨੋਂ ਪਦ ਗਏ। ਉਹਨੇ ਧਿਆਨ ਧਾਰ ਕੇ ਮੇਰੇ ਦੋਵੇਂ ਹੀ ਚਰਨ ਪਕੜ ਲਏ। ਕਿਸ ਵਿਧ ਤਿਸ ਤੇ ਚਰਨ ਛੁਡਾਵੋ, ਕਿਸ ਤਰੀਕੇ ਦੇ ਨਾਲ ਮੈਂ ਉਹਦੇ ਤੋਂ ਆਪਦੇ ਚਰਨ ਛੁਡਾਵਾਂ। ਬਿਨਾਂ ਛੁਟੇ ਕਿਮ ਲੰਗਰ ਜਾਮੋ, ਜੇ ਚਰਨ ਨੂੰ ਛੱਡਦਾ ਤਾਂ ਹੀ ਮੈਂ ਲੰਗਰ ਵਿੱਚ ਜਾਂਦਾ, ਚਰਨ ਛੱਡੇ ਤੋਂ ਬਿਨਾਂ ਮੈਂ ਲੰਗਰ ਵਿੱਚ ਕਿਵੇਂ ਜਾਵਾਂ। ਰਹਿਓ ਉਡੀਕਤ ਸ਼ੋਰੈ ਮੋਹੀ, ਮੈਂ ਉਡੀਕਦਾ ਰਿਹਾ ਕਿ ਉਹ ਮੇਰੇ ਚਰਨ ਛੱਡਦਾ ਹੈ। ਦ੍ਰਿੜ ਗਹਿ ਰਾਖਿਓ ਤਿਆਗ ਨਾ ਹੋਈ, ਪਰ ਉਹਨੇ ਇਹੋ ਜਿਹੇ ਪੱਕੇ ਕਰਕੇ ਪਕੜੇ ਕਿ ਛੱਡੇ ਹੀ ਨਹੀਂ। ਜਬ ਸੰਧਿਆ ਹੋਈ ਦਿਨ ਗਇਓ, ਜਿਸ ਵਕਤ ਸੰਧਿਆ ਹੋਈ ਤੇ ਦਿਨ ਬਤੀਤ ਹੋ ਗਿਆ, ਤਬ ਗੋਂਦਾ ਜਾਗਤ ਭਇਓ। ਤਦੋਂ ਭਾਈ ਗੋਂਦਾ ਜੀ ਉੱਠ ਖਲੋਤੇ। हे ਗੁਰਸਿੱਖੋ, ਭਾਈ ਗੋਂਦੇ ਨੇ ਧਿਆਨ ਦੇ ਵਿੱਚ ਸਾਡੇ ਚਰਨਾਂ ਨੂੰ ਫੜ ਕੇ ਸਾਨੂੰ ਸਾਰਾ ਦਿਨ ਬਿਠਾਈ ਰੱਖਿਆ। ਫਿਰ ਸ਼ਾਮਾਂ ਪਈਆਂ ਤੋਂ ਸਤਿਗੁਰੂ ਜੀ ਲੰਗਰ ਵਿੱਚ ਗਏ, ਲੰਗਰ ਵਰਤਿਆ। ਇਹ ਸੁਣ ਕੇ ਸੰਗਤਾਂ ਆਪੋ ਵਿੱਚ ਕਹਿਣ ਕਿ ਧੰਨ ਗੁਰੂ ਤੇ ਧੰਨ ਸਿੱਖੀ। ਕੁਝ ਸਮੇਂ ਬਾਅਦ ਜਦ ਭਾਈ ਗੋਂਦਾ ਜੀ ਕਾਬਲ ਦੀ ਸੰਗਤ ਲੈ ਕੇ ਸਤਿਗੁਰਾਂ ਦੇ ਦਰਸ਼ਨ ਲਈ ਸ੍ਰੀ ਕੀਰਤਪੁਰ ਸਾਹਿਬ ਆਏ ਤਾਂ ਸ੍ਰੀ ਕੀਰਤਪੁਰ ਸਾਹਿਬ ਉੱਥੋਂ ਦੇ ਸਿਆਣੇ ਸਿੱਖਾਂ ਨੇ ਭਾਈ ਗੋਂਦਾ ਜੀ ਦੇ ਨਾਲ ਆਏ ਸਿੱਖਾਂ ਤੋਂ ਉਹ ਦਿਨ, ਉਹ ਤਰੀਕ ਸਿੱਖਾਂ ਨੇ ਨੋਟ ਕਰ ਲਈ ਸੀ। ਉਸ ਦਿਨ ਦਾ ਕਾਰਨ ਪੁੱਛਿਆ ਵੀ ਕਿਵੇਂ ਕਾਬਲ ਦਾ ਹਾਲ ਰਿਹਾ।
ਤਾਂ ਕਾਬਲ ਦੀਆਂ ਸੰਗਤਾਂ ਨੇ ਵੀ ਦੱਸਿਆ ਕਿ ਠੀਕ ਉਸੇ ਦਿਨ ਭਾਈ ਗੋਂਦਾ ਜੀ ਵੀ ਕਾਬਲ ਦੇ ਵਿੱਚ ਸਾਰਾ ਦਿਨ ਸਮਾਧੀ ਵਿੱਚ ਲੀਨ ਹੋ ਕੇ ਬੈਠੇ ਰਹੇ ਸਨ। ਸੁਣ ਤੂੰ ਇਹ ਦੇਸ਼ ਕੇ ਸਭ ਕਿਰਤਾਂਤ ਬਿਸਮੇ ਹੋਏ ਲੱਖ ਸਿਧਾਂਤ। ਦੋਨਾਂ ਪਾਸਿਆਂ ਦੇ ਸਿਧਾਂਤ ਸਾਖੀ ਸੁਣ ਕੇ ਗੁਰਸਿੱਖ ਸਿਧਾਂਤ ਵਾਲਾ ਬਚਨ ਜਾਣ ਕੇ, ਪ੍ਰੇਮ ਦੀ ਖੇਡ ਜਾਣ ਕੇ ਬਹੁਤ ਹੈਰਾਨ ਹੋਏ, ਅਚਰਜ ਹੋਏ। ਹੈਰਾਨ ਹੋਈਦਾ ਹੈ ਦੁੱਖ ਦੇ ਵਿੱਚ। ਮੰਨ ਲਓ ਕੋਈ ਐਕਸੀਡੈਂਟ ਹੋ ਗਿਆ, ਕੋਈ ਹੈਪਨ, ਕੋਈ ਦੁਰਘਟਨਾ ਹੋ ਗਈ ਤੇ ਬੰਦਾ ਡੌਰ-ਪੌਰ ਜਿਹਾ ਵੇਖੀ ਜਾਂਦਾ, ਉਹਨੂੰ ਕਹਿੰਦੇ ਹੈਰਾਨ। ਜਿਹੜੀ ਬਿਸਮਾਦ ਵਾਲੀ ਅਵਸਥਾ ਹੈ, ਬਿਸਮ ਹੋਈਦਾ, ਉਹ ਪਿਆਰ ਵਿੱਚ ਹੋਈਦਾ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੋ ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੈ ਜਨ। ਵਿਸਮਾਦਤਾ ਵਾਲੀ ਅਵਸਥਾ ਪਿਆਰ ਦੀ ਹੈ। ਇਉਂ ਸੰਗਤਾਂ ਨੇ ਦੱਸਿਆ ਕਿ ਉਸ ਦਿਨ ਭਾਈ ਗੋਂਦਾ ਜੀ ਵੀ ਕਾਬਲ ਵਿੱਚ ਸਾਰਾ ਦਿਨ ਸਮਾਧੀ ਚ ਲੀਨ ਹੋਏ ਬੈਠੇ ਰਹੇ। ਇਹ ਸੁਣ ਕੇ ਸਤਿਗੁਰ ਮਹਿਮਾ ਮਹਾ ਮਹਾਨੇ, ਸਤਿਗੁਰੂ ਦੀ ਮਹਿਮਾ ਵਡਿਆਈ ਮਹਾਨ ਤੋਂ ਮਹਾਨ ਗੁਰਸਿੱਖਾਂ ਨੇ ਮੰਨੀ। ਕਿਆ ਅਲਪਗ ਜੀਵ ਹਮ ਜਾਣੇ, ਕਹਿੰਦੇ ਅਸੀਂ ਤੁਛ ਜੀਵ ਕੀ ਜਾਣੀਏ ਕਿ ਗੁਰੂ ਜੀ ਕਿਉਂ ਬੈਠੇ ਸਨ। ਭਾਈ ਗੋਂਦੇ ਕੀ ਵਡਿਆਈ ਭਾਈ ਅਦਕ ਸ੍ਰੀ ਮੁਖ ਤੇ ਗਾਈ। ਭਾਈ ਗੋਂਦਾ ਸਾਹਿਬ ਜੀ ਦੀ ਵਡਿਆਈ ਬਹੁਤ ਭਾਰੀ। ਉਸ ਕੀਰਤਪੁਰ ਸਾਹਿਬ ਗੁਰੂ ਜੀ ਦੀ ਹਜ਼ੂਰੀ ਵਿੱਚ ਹੋਈ, ਜੋ ਕਿ ਸਤਿਗੁਰਾਂ ਨੇ ਖੁਦ ਆਪ ਗਾਉਣਾ ਕੀਤੀ। ਇਸ ਲਈ ਮਹਾਰਾਜ ਸੇਵਕ ਦੀ ਵਡਿਆਈ ਕਥਨ ਕਰਦੇ ਨੇ। ਗੁਰ ਕੈ ਸੰਗ ਰਹਿ ਦਿਨ ਰਾਤੀ। ਜੋ ਮਨੁੱਖ ਦਿਨ ਰਾਤ ਗੁਰੂ ਦੇ ਨਾਲ ਆਪਣਾ ਚਿੱਤ ਜੋੜ ਕੇ ਰਹਿੰਦਾ ਹੈ ਜਾਂ ਗੁਰੂ ਨੂੰ ਅੰਗ ਸੰਗ ਜਾਣਦਾ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤੇ ਸਦਾ ਸੰਭਾਲੇ। ਰਾਮ ਰਸਨ ਰੰਗ ਰਾਤਾ। ਅਤੇ ਜੀਭਾ ਕਰਕੇ ਰਾਮ ਪਰਮਾਤਮਾ ਦੇ ਨਾਮ ਜਪਣ ਦੇ ਰੰਗ ਪ੍ਰੇਮ ਦੇ ਵਿੱਚ ਹਮੇਸ਼ਾ ਰੰਗਿਆ ਰਹਿੰਦਾ ਹੈ। ਅਵਰ ਨ ਜਾਣਸ ਸ਼ਬਦ ਪਛਾਣਸ। ਜੋ ਹੋਰ ਦਵੈਤ ਵਾਲੀ ਗੱਲ ਨੂੰ ਨਹੀਂ ਜਾਣਦਾ, ਗੁਰਾਂ ਦੇ ਉਪਦੇਸ਼ ਨੂੰ ਹੀ ਆਪਣਾ ਆਸਰਾ ਪਹਿਚਾਣਦਾ ਹੈ। ਅੰਤਰ ਜਾਣ ਪਛਾਤਾ। ਅਤੇ ਆਪਣੇ ਹਿਰਦੇ ਵਿੱਚ ਗਿਆਨ ਸਰੂਪ ਨੂੰ ਜਾਣ ਕੇ ਉਸਨੇ ਪਹਿਚਾਣਿਆ ਹੈ, ਜਾਂ ਅੰਦਰ ਪਰਤਕ ਚੇਤਨ ਨੂੰ ਅਦਵੈਤ ਆਨੰਦ ਸਮਝ ਕੇ ਭੇਦ ਅਭੇਦ ਤੋਂ ਰਹਿਤ ਆਪਣਾ ਸਾਖੀ ਰੂਪ ਬ੍ਰਹਮ ਪਹਿਚਾਨ ਲਿਆ ਹੈ। ਸੋ ਐਸਾ ਸੋ ਜਨ ਐਸਾ ਮੈਂ ਮਨ ਭਾਵੈ। ਉਹ ਅਜਿਹਾ ਦਾਸ ਮੇਰੇ ਮਨ ਮੇਰੇ ਹਿਰਦੇ ਵਿੱਚ ਪਾਉਂਦਾ ਹੈ। ਆਪ ਮਾਰ ਅਪਰੰਪਰ ਰਾਤਾ। ਜੋ ਆਪਾ ਭਾਵ ਹੰਕਾਰ ਨਿਵਰਤ ਕਰਕੇ ਪ੍ਰਕਿਰਤੀ ਦੇ ਪਰਭਾਰ ਤੋਂ ਰਹਿਤ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਗੁਰ ਕੀ ਕਾਰ ਕਮਾਵੈ। ਅਤੇ ਗੁਰਾਂ ਦੀ ਦਸੀ ਹੋਈ ਕਾਰ ਸੇਵਾ ਕਮਾਉਣਾ ਕਰਦਾ ਹੈ। ਪ੍ਰੇਮ ਦੇ ਵਿੱਚ ਰੰਗਿਆ ਹੋਇਆ ਹਮੇਸ਼ਾ ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ। ਅੰਤਰ ਬਾਹਰ ਪੁਰਖ ਨਿਰੰਜਨ। ਜੋ ਮਨੁੱਖ ਪਰਮਾਤਮਾ ਨੂੰ ਸਰੀਰ ਦੇ ਅੰਦਰ ਵੀ ਮਤਲਬ ਸਾਖੀ ਰੂਪ ਜਾਣਦਾ ਅਤੇ ਬਾਹਰ ਬ੍ਰਹਿਮੰਡ ਦਾ ਪ੍ਰਕਾਸ਼ਕ ਸਭ ਥਾਈਂ ਪਰਿਪੂਰਨ ਨਿਰੰਜਨ ਸ਼ੁੱਧ ਸਰੂਪ ਇਹ ਜਾਣ ਲੈਂਦਾ ਹੈ। ਆਦਿ ਪੁਰਖ ਆਦਿਸੋ। ਅਤੇ
ਜੋ ਮਨੁੱਖ ਮੁੱਢ ਸਰੂਪ ਪਰਮਾਤਮਾ ਨੂੰ ਪੁਰਸ਼ਾਰਥ ਦੇਣ ਵਾਲਾ ਜਾਣ ਕੇ ਹਮੇਸ਼ਾ ਨਮਸਕਾਰ ਕਰਦਾ ਅਤੇ ਐਸਾ ਨਿਸ਼ਚਾ ਕਰਦਾ ਹੈ ਕਿ ਘਟ ਘਟ ਅੰਤਰ ਸਰਬ ਨਿਰੰਤਰ ਉਹ ਪਰਮਾਤਮਾ ਸਰੀਰਾਂ ਹਿਰਦਿਆਂ ਦੇ ਵਿੱਚ ਸਭ ਥਾਵਾਂ ਵਿੱਚ ਇੱਕ ਰਸ ਵਿਆਪਕ ਹੈ ਜਾਂ ਚੌਹਾਂ ਖਾਣੀਆਂ ਦੇ ਘਾਟਾ ਘੜਾਂ ਦੇ ਵਿੱਚ ਉਹ ਅੰਤਰ ਫਰਕ ਹੈ। ਪਰ ਉਹ ਪ੍ਰਭੂ ਇਹਨਾਂ ਦੀ ਅੰਤਰੇ ਤੋਂ ਰਹਿਤ ਸਾਰਿਆਂ ਦੇ ਵਿੱਚ ਇੱਕ ਰਸ ਵਸ ਰਿਹਾ ਹੈ। ਰਵ ਰਹਿਆ ਸੱਚ ਵੇਸੋ ਉਸ ਦਾ ਸੱਚਾ ਵੇਸੋ ਸਰੂਪ ਹੈ ਅਤੇ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਸਾਚ ਰਤੇ ਸਚ ਅੰਮ੍ਰਿਤ ਜੀਵਾ ਜੋ ਮਨ ਕਰਕੇ ਸੱਚੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਨੇ ਅਤੇ ਰਸਨਾ ਦੁਆਰਾ ਵੀ ਸੱਚੇ ਨਾਮ ਅੰਮ੍ਰਿਤ ਨੂੰ ਪੀਂਦੇ ਹਨ। ਮਿਥਿਆ ਮੈਲ ਨਾ ਰਾਈ ਉਹਨਾਂ ਨੂੰ ਝੂਠੇ ਪਦਾਰਥਾਂ ਦੀ ਰਤੀ ਮਾਤਰ ਤਨਕ ਮਾਤਰ ਵੀ ਰਾਈ ਮਾਤਰ ਵੀ ਮਲੀਨਤਾ ਹੀ ਨਹੀਂ ਰਹਿੰਦੀ ਹੈ। ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਉਹਨਾਂ ਨੂੰ ਉਜਲ ਕਰਨ ਵਾਲਾ ਪਰਮਾਤਮਾ ਦਾ ਅੰਮ੍ਰਿਤ ਰੂਪ ਨਾਮ ਰਸ ਪ੍ਰਾਪਤ ਹੋਇਆ ਹੈ ਤੇ ਉਹਨਾਂ ਨੇ ਧਾਰਨ ਕਰਕੇ ਪ੍ਰੀਤੀ ਰੂਪ ਰਸਨਾ ਦੇ ਨਾਲ ਚਖਣਾ ਕੀਤਾ ਹੈ। ਇਸੇ ਪ੍ਰਕਾਰ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਉਜਲ ਨਾਮ ਦੁਆਰਾ ਬ੍ਰਹਮਾਨੰਦ ਰੂਪ ਰਸ ਉਹਨਾਂ ਨੇ ਚਖਣਾ ਕੀਤਾ ਹੈ। ਸ਼ਬਦ ਰਤੇ ਪਤ ਪਾਈ ਉਹਨਾਂ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਰੰਗੇ ਹੋਇਆਂ ਨੇ ਲੋਕ ਪਰਲੋਕ ਦੇ ਵਿੱਚ ਇੱਜ਼ਤ ਪਾਉਣਾ ਕੀਤੀ ਹੈ ਜਾਂ ਪਤੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਗੁਣੀ ਗੁਣੀ ਮਿਲ ਲਾਹਾ ਪਾਵਸ ਗੁਣਵਾਨ ਸਤਿਗੁਰਾਂ ਦੇ ਨਾਲ ਸ਼ਰਧਾ ਦੇ ਗੁਣਾਂ ਵਾਲੇ ਜਗਿਆਸੂ ਮਿਲ ਕਰਕੇ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਲਾਭ ਪਾਉਂਦੇ ਹਨ। ਗੁਰਮੁਖ ਨਾਮ ਵਡਾਈ ਉਹ ਗੁਰਮੁਖ ਨਾਮ ਕਰਕੇ ਜਾਂ ਨਾਮੀ ਪਰਮਾਤਮਾ ਨੂੰ ਪਾਉਣ ਰੂਪ ਵਡਿਆਈ ਪ੍ਰਾਪਤ ਕਰਦੇ ਹਨ। ਸਗਲੇ ਦੁਖ ਮਿਟਹਿ ਗੁਰ ਸੇਵਾ ਇਸ ਪ੍ਰਕਾਰ ਗੁਰਾਂ ਦੀ ਟਹਿਲ ਕਰਕੇ ਉਹਨਾਂ ਸੇਵਕਾਂ ਦੇ ਸਾਰੇ ਦੁੱਖ ਕਸ਼ਟ ਮਿਟ ਜਾਂਦੇ ਨੇ। ਨਾਨਕ ਨਾਮ ਸਖਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਪ੍ਰਭੂ ਦਾ ਨਾਮ ਉਹਨਾਂ ਦਾ ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ। ਭੈਰੋ ਮਹਲਾ ਪਹਿਲਾ ਭੈਰੋਂ ਰਾਗ ਦੇ ਵਿੱਚ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਆਪਣੇ ਮਨ ਦੇ ਪਰਥਾਏ ਸਭ ਜੀਵਾਂ ਨੂੰ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਹਿਰਦੈ ਨਾਮ ਸਰਬ ਧਨ ਧਾਰਣ ਮਨ ਵਿੱਚ ਸਾਰਿਆਂ ਨੂੰ ਆਸਰਾ ਦੇਣ ਵਾਲੇ ਪਰਮਾਤਮਾ ਦਾ ਨਾਮ ਰੂਪ ਧਨ ਗੁਰ ਪ੍ਰਸਾਦੀ ਪਾਈਐ ਗੁਰਾਂ ਦੀ ਕਿਰਪਾ ਦੁਆਰਾ ਪਾਉਣਾ ਕਰੀਦਾ ਹੈ। ਅਮਰ ਪਦਾਰਥ ਤੇ ਕਿਰਤਾਰਥ ਜਿਨ੍ਹਾਂ ਨੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਰੂਪ ਪਦਾਰਥ ਪਾਇਆ ਹੈ ਉਹ ਕ੍ਰਿਤ ਨਿਹਾਲ ਹੋ ਗਏ ਹਨ। ਸਹਿਜ ਧਿਆਨ ਲਿਵ ਲਾਈਐ ਇਸ ਲਈ हे ਭਾਈ ਸ਼ਾਂਤ ਸਰੂਪ ਪਰਮਾਤਮਾ ਦੇ ਧਿਆਨ ਦੇ ਵਿੱਚ ਬਿਰਤੀ ਲਾਉਣਾ ਕਰੀਏ। ਮਨ ਦੇ हे ਮੇਰਿਆ ਮਨ ਰਾਮ ਭਗਤ ਚਿਤ ਲਾਈਐ
ਪਰਮਾਤਮਾ ਦੀ ਭਗਤੀ ਦੇ ਵਿੱਚ ਆਪਣੇ ਚਿੱਤ ਨੂੰ, ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ ਲਾਉਣਾ ਕਰੀਏ। ਗੁਰਮੁਖ ਰਾਮ ਨਾਮ ਜਪ ਹਿਰਦੈ, ਮੁਖੀ ਗੁਰਾਂ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਹਿਰਦੇ ਅੰਤःਕਰਨ ਵਿੱਚ ਰਾਮ ਪਰਮਾਤਮਾ ਦਾ ਨਾਮ ਜਪਣਾ ਕਰੀਏ। ਸਹਿਜ ਸੇਤੀ ਘਰ ਜਾਈਐ, ਇਸ ਪ੍ਰਕਾਰ ਗਿਆਨ ਦੇ ਨਾਲ ਸਰੂਪ ਰੂਪੀ ਘਰ ਦੇ ਵਿੱਚ ਜਾਣਾ ਕਰੀਏ ਜਾਂ ਸ਼ਾਂਤੀ ਪੂਰਵਕ ਸੱਚਖੰਡ ਰੂਪੀ ਘਰ ਦੇ ਵਿੱਚ ਜਾਣਾ ਕਰੀਏ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਪਰਮ ਭੇਦ ਭਉ ਕਬਹੂ ਨਾ ਛੂਟਸ, ਪਰਮਾਤਮਾ ਦੀ ਪ੍ਰੀਤੀ ਤੋਂ ਬਿਨਾਂ 5 ਪ੍ਰਕਾਰ ਦਾ ਭਰਮ, 5 ਪ੍ਰਕਾਰ ਦਾ ਭੇਦ, 7 ਪ੍ਰਕਾਰ ਦਾ ਡਰ, ਇਹ ਕਦੇ ਵੀ ਛੁੱਟਦਾ ਨਹੀਂ ਹੈ। ਆਵਤ ਜਾਤ ਨਾ ਜਾਣੀ, ਅਤੇ ਆਉਣ ਜਾਣ ਭਾਵ ਜੰਮਣ ਮਰਨ ਦੀ ਗਿਣਤੀ ਵੀ ਨਹੀਂ ਜਾਣੀ ਜਾਂਦੀ। ਯੋ ਮਨੁੱਖ ਆਉਂਦਾ ਜਾਂਦਾ ਰਹਿੰਦਾ ਹੈ, ਪਰ ਉਸਨੇ ਪਰਮਾਤਮਾ ਦੀ ਭਗਤੀ ਨਹੀਂ ਜਾਣੀ। ਬਿਨ ਹਰ ਨਾਮ ਕੋ ਮੁਕਤ ਨਾ ਪਾਵਸ, ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਵੀ ਮੁਕਤੀ ਨਹੀਂ ਪਾ ਸਕਦਾ। ਡੂਬ ਮੋਏ ਬਿਨ ਪਾਨੀ, ਨਾਮ ਤੋਂ ਹੀਣੇ ਮਨੁੱਖ ਤਾਂ ਪ੍ਰਤੱਖ ਪਾਣੀ ਤੋਂ ਬਗੈਰ ਹੀ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬ ਕੇ ਮਰ ਗਏ ਹਨ। ਧੰਦਾ ਕਰਤ ਸਗਲੀ ਪਤ ਖੋਵਸ, ਉਹ ਸੰਸਾਰਿਕ ਕਾਰੂ ਵਿਹਾਰ ਕਰਦੇ ਹੋਏ ਆਪਣੀ ਸਾਰੀ ਇੱਜ਼ਤ ਗਵਾ ਲੈਂਦੇ ਨੇ। ਭਰਮ ਨਾ ਮਿਟਸ ਗਵਾਰਾ, ਮੂਰਖਾਂ ਉਹਨਾਂ ਦਾ ਕਦੇ ਵੀ ਸਰੂਪ ਦਾ ਭਰਮ ਨਹੀਂ ਮਿਟਦਾ। ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾਂ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਅੰਦਲੀ ਧੰਦ ਪਸਾਰਾ, ਅਗਿਆਨੀ ਜੀਵ ਕਾਰੂ ਵਿਹਾਰਨ ਦੇ ਪਸਾਰੇ ਵਿੱਚ ਹਮੇਸ਼ਾ ਹੀ ਖਿਲਰੇ ਰਹਿੰਦੇ ਨੇ, ਪਸਰੇ ਰਹਿੰਦੇ ਹਨ। ਅਕੁਲ ਨਿਰੰਜਨ ਸਿਓ ਮਨ ਮਾਨਿਆ, ਜਿਨ੍ਹਾਂ ਦਾ ਕੁਲਾਂ ਤੋਂ ਰਹਿਤ ਤੇ ਸ਼ੁੱਧ ਸਰੂਪ ਪਰਮਾਤਮਾ ਦੇ ਨਾਲ ਮਨ ਮੰਨ ਗਿਆ ਹੈ। ਮਨ ਹੀ ਤੇ ਮਨ ਮੂਆ, ਉਹਨਾਂ ਦਾ ਮਨ ਗੁਰਾਂ ਦੇ ਮੰਤਰ ਤੋਂ ਹੀ ਮੰਦੇ ਸੁਭਾਅ ਵੱਲੋਂ ਮਰ ਗਿਆ ਹੈ, ਜਾਂ ਮਨ ਸ਼੍ਰੋਮਣੀ ਪ੍ਰਭੂ ਦਾ ਨਿਸ਼ਚੈ ਕਰਕੇ ਹੀ ਮਨ ਦਾ ਮੰਦਾ ਸੁਭਾਅ ਮਰਿਆ ਹੈ। ਅੰਤਰ ਬਾਹਰ ਏਕੋ ਜਾਣਿਆ, ਉਹਨਾਂ ਨੇ ਹੀ ਸਰੀਰ ਦੇ ਅੰਦਰ ਵਿੱਚ ਅਤੇ ਬਾਹਰ ਬ੍ਰਹਿਮੰਡ ਵਿੱਚ ਅਦੁੱਤੀ ਪਰਮਾਤਮਾ ਨੂੰ ਵਿਆਪਕ ਜਾਣਿਆ ਹੈ। ਨਾਨਕ ਅਵਰ ਨਾ ਦੂਆ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਨੂੰ ਹੋਰ ਕੋਈ ਦੂਜਾ ਪ੍ਰਤੀਤ ਨਹੀਂ ਹੁੰਦਾ, ਕੋਈ ਦੂਜਾ ਹੋਏ ਸੋ ਅਵਰੋ ਕਹੀਐ। ਭੈਰੋ ਮਹਲਾ ਪਹਿਲਾ, ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਭੈਰੋ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਿਮਰਨ ਤੋਂ ਬਿਨਾਂ ਨਿਰੇ ਸਾਧਨਾ ਦੀ ਨਿਸ਼ਫਲਤਾ ਦੱਸਦੇ ਹੋਏ ਸਕਾਮ ਕਰਮਾਂ ਵਿੱਚ ਲੱਗੇ ਹੋਏ ਜੀਵਾਂ ਨੂੰ ਸ਼ੁਭ ਉਪਦੇਸ਼ ਬਖਸ਼ਦੇ ਨੇ। ਜਿਵੇਂ ਜੀਰਵਾਂ ਸਿਫਰਾਂ ਜਿੰਨੀਆਂ ਮਰਜ਼ੀ ਲਾਈ ਜਾਈਏ, ਪਰ ਜੇ ਏਕਾ ਨਾ ਲਾਈਏ ਤਾਂ ਕੋਈ ਕੀਮਤ ਨਹੀਂ। ਜੇ ਏਕਾ ਲਾ ਦਈਏ, ਇੱਕ ਇੱਕ ਸਿਫਰ ਦੀ ਕੀਮਤ 10-10 ਗੁਣਾ ਵੱਧਦੀ ਜਾਂਦੀ ਹੈ। ਸਿਫਰ ਦੀ ਕੀਮਤ ਵੀ 10 ਗੁਣਾ ਵੱਧ ਜਾਂਦੀ। ਗੱਲ ਹੈ ਏਕੇ ਦੀ। ਇਉਂ ਸਿਫਰਾਂ ਦੀ ਤਰ੍ਹਾਂ ਜਿੰਨੇ ਮਰਜ਼ੀ ਸਾਧਨ ਕਰਦੇ ਰਹੀਏ, ਪਰ ਉਹਨਾਂ ਦੀ ਆਪਣੇ ਆਪ ਕੋਈ ਕੀਮਤ ਨਹੀਂ ਹੈ। ਜੇ ਏਕੇ ਦੀ ਤਰ੍ਹਾਂ ਇੱਕ ਓੰਕਾਰ ਸਤਨਾਮ ਆਦਿਕ ਮੂਲ ਮੰਤਰ ਪੜ੍ਹ ਲਈਏ, ਕਿਸੇ ਵੀ ਸ਼ਬਦ ਦਾ ਜਾਪ ਕਰਨਾ ਹੈ ਤਾਂ ਮੂਲ ਮੰਤਰ ਵਾਹਿਗੁਰੂ ਮੰਤਰ ਜ਼ਰੂਰੀ ਲਾਉਣਾ ਹੈ।
ਸੰਭੜ ਪਾਠ ਕਰਨ ਲੱਗਿਆ ਵੀ ਮੂਲ ਮੰਤਰ ਗੁਰ ਮੰਤਰ ਲਾਜ਼ਮੀ ਪੜ੍ਹੀਦਾ। ਇਉਂ ਏਕੇ ਦੀ ਤਰ੍ਹਾਂ ਵਾਹਿਗੁਰੂ ਨਾਮ ਪੜ੍ਹੀਏ ਤਾਂ ਜਿਹੜੇ ਕਰਮ ਧਰਮ ਨੇ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲਿਆ ਹੈ ਹਰ 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 ਰਾਮ ਨਾਮ ਹਰ ਸਤਿ, ਜਿਹੜੇ ਮਹਾਰਾਜ ਦੇ ਰਾਮ ਨਾਮ ਨੂੰ ਬੋਲਦੇ ਨੇ ਪੜ੍ਹਦੇ ਨੇ, ਜੋ ਬੋਲਿਆ ਹਰ ਹਰ ਰਾਮ ਨਾਮ ਹਰ ਸਤਿ, ਹਰੀ ਪਰਮਾਤਮਾ ਦੇ ਰਾਮ ਨਾਮ ਨੂੰ ਸੱਚੇ ਬਚਨਾਂ ਨੂੰ ਸੱਚੇ ਨਾਮ ਨੂੰ ਬੋਲਣ ਦੇ ਨਾਲ ਕਰਮ ਧਰਮ ਆਦਿਕ ਸਭ ਪਵਿੱਤਰ ਹੋ ਜਾਂਦੇ ਨੇ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਜਿਨੇ ਦਾਨ ਨੇ ਪੁੰਨ ਨੇ ਸਭਨਾਂ ਤੋਂ ਉੱਪਰ ਪਰਮੇਸ਼ਰ ਦਾ ਨਾਮ ਹੈ। ਸੋ ਜਿਵੇਂ ਬਰਾਤ ਭਾਵੇਂ 100 ਗੱਡੀ ਲੈ ਜਾਓ, ਜੇ ਲਾੜਾ ਹੀ ਨਹੀਂ ਹੈ, ਲਾੜੇ ਵਾਲੀ ਗੱਡੀ ਕਿੱਥੇ ਰਹਿ ਗਈ ਜੀ? ਉਹ ਤਾਂ ਪਿੱਛੇ ਰਹਿ ਗਈ। ਕੋਈ ਵੀ ਅੱਗੇ ਢੁਕਾ ਨਹੀਂ ਕਰ ਸਕਦਾ। ਲਾੜਾ ਅੱਗੇ ਲੱਗੂਗਾ ਤਾਂ ਬਰਾਤ ਦਾ ਚਾਹ ਪਾਣੀ ਚੱਲੂਗਾ। ਲਾੜੇ ਤੋਂ ਬਗੈਰ ਬਰਾਤ ਕਾਹਦੀ? ਅਗਲੇ ਕਹਿਣਗੇ ਲਾੜਾ ਤਾਂ ਆਇਆ ਹੀ ਨਹੀਂ। ਸੋ ਲਾੜੇ ਦੀ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਹੈ। ਜਿੰਨੇ ਕਰਮ ਧਰਮ ਨੇ ਇਹ ਬਰਾਤੀਆਂ ਦੀ ਤਰ੍ਹਾਂ ਨੇ, ਇਹਨਾਂ ਦੀ ਸ਼ੋਭਾ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਹੈ। ਇਸ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਉਪਦੇਸ਼ ਬਖਸ਼ਦੇ ਨੇ। ਜਗਨ ਹੋਮ ਪੁੰਨ ਤਪ ਪੂਜਾ, ਯੱਗ ਕਰਨੇ, ਹਵਨ ਕਰਨੇ, ਪੁੰਨ ਸ਼ੁਭ ਸਮੇਂ ਪੁੰਨ ਕਰਨੇ, ਦਾਨ ਆਮ ਦਿਨਾਂ ਵਿੱਚ ਦਾਨ ਕਰਨਾ, ਅਤੇ ਤਪੱਸਿਆ ਆਦਿਕ ਪੂਜਾ ਆਦਿਕ ਬਾਹਰੀ ਸਾਧਨ ਕਰਨ ਦੇ ਨਾਲ ਦੇਹ ਦੁਖੀ ਨਿਤ ਦੁਖ ਸਹੈ। ਇਹ ਸਾਧਨ ਕਰਨ ਨਾਲ ਦੇਹ ਜੋ ਕਾਇਆ ਹੈ ਦੁੱਖ ਦੇ ਸਹਿਤ ਹੀ ਰਹਿੰਦੀ ਹੈ, ਅਤੇ ਨਿਤਾ ਪ੍ਰਤੀ ਦੁੱਖ ਹੀ ਸਹਾਰਦੀ ਹੈ। ਰਾਮ ਨਾਮ ਬਿਨ ਮੁਕਤ ਨਾ ਪਾਵਸ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਮੁਕਤੀ ਕਲਿਆਣ ਨਹੀਂ ਪਾ ਸਕਦਾ। ਮੁਕਤ ਨਾਮ ਗੁਰਮੁਖ ਲਹੈ, ਪਰਮਾਤਮਾ ਦੇ ਨਾਮ ਕਰਕੇ ਹੀ ਕਲਿਆਣ ਦੀ ਪ੍ਰਾਪਤੀ ਹੋਣੀ ਹੈ। ਉਹ ਨਾਮ ਮੁਖੀ ਗੁਰਾਂ ਦੁਆਰਾ ਪ੍ਰਾਪਤ ਕਰੀਦਾ ਹੈ। ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਵਿੱਚ ਮਨੁੱਖਾ ਜਨਮ ਨਿਸਫਲ ਹੀ ਹੈ। ਬਿਖ ਖਾਵੈ ਬਿਖ ਬੋਲੀ ਬੋਲੈ, ਉਹ ਜੀਵ ਜ਼ਹਿਰ ਰੂਪ ਮਾਇਆ ਨੂੰ ਵਿਸ਼ਿਆਂ ਭੋਗਣ ਰੂਪ ਨੂੰ ਖਾਂਦਾ ਹੈ, ਅਤੇ ਜ਼ਹਿਰ ਰੂਪ ਕੌੜੀ ਵਿਸ਼ਿਆਂ ਵਾਲੀ ਬੋਲੀ ਬੋਲਦਾ ਹੈ। ਬਿਨ ਨਾਵੈ ਨਿਫਲ ਮਰ ਭ੍ਰਮ ਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦਾ ਜਨਮ ਵਿਅਰਥ ਹੈ, ਤੇ ਉਸਨੇ ਮਰ ਕੇ ਵੀ ਜੂਨਾਂ ਦੇ ਵਿੱਚ ਹੀ ਭਟਕਣਾ ਹੁੰਦਾ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਪੁਸਤਕ ਪਾਠ ਵਿਆਕਰਣ ਵਖਾਣੈ, ਜੀਵ ਅਨੇਕਾਂ ਪੁਸਤਕਾਂ ਦਾ ਪਾਠ ਪਠਨ ਭਾਵ ਪੜ੍ਹਨਾ ਕਰਦਾ, ਵਿਆਕਰਨ ਆਦਿਕ ਕਥਨ ਕਰਦਾ ਹੈ। ਸੰਧਿਆ ਕਰਮ ਤੇ ਕਾਲ ਕਰੈ, ਅਤੇ ਤਿੰਨ ਗੱਲ ਸੰਧਿਆ ਦੇ ਕਰਮਾਂ ਨੂੰ ਕਰਦਾ ਹੈ, ਜਾਂ ਤਿੰਨ ਪਦਾਂ ਵਾਲੀ ਗਾਇਤਰੀ ਆਦਿਕ ਦਾ ਉਚਾਰਨ ਕਰਦਾ ਹੈ। ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ, ਪਰ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਏ ਤੋਂ ਬਿਨਾਂ ਪ੍ਰਾਣਾਧਾਰੀ ਜੀਵ ਕਿੱਥੇ ਕਲਿਆਣ ਨੂੰ ਪ੍ਰਾਪਤ ਹੋ ਸਕਦਾ, ਭਾਵ ਮੁਕਤ ਨਹੀਂ ਹੋ ਸਕਦਾ ਹੈ। ਰਾਮ ਨਾਮ ਬਿਨ ਉਰਜ ਮਰੈ, ਪਰਮਾਤਮਾ ਦੇ ਨਾਮ ਤੋਂ ਬਗੈਰ ਜੀਵ ਕਰਮ ਕਾਂਡਾਂ ਦੀਆਂ ਹੰਗਤਾਂ ਵਿੱਚ ਫਸ ਕੇ ਮਰ ਜਾਂਦਾ ਹੈ। ਡੰਡ ਕਮੰਡਲ ਸਿਖਾ ਸੂਤ ਧੋਤੀ, ਜੀਵ ਜੋਗੀ ਬਣ ਕੇ ਡੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਹੈ ਕਰਮਾਂ ਦੀ ਮਾਰ,
ਨਾਰ ਮੋਈ ਘਰ ਸੰਪਤ ਨਾਸੀ, ਮੁੰਡ ਮੁੰਡਾਈ ਭਇਓ ਸੰਨਿਆਸੀ। ਜਦੋਂ ਕੋਈ ਘਾਟਾ ਪੈ ਗਿਆ ਕਾਰੋਬਾਰ ਦੇ ਵਿੱਚ ਤੇ ਜੋਗੀਆਂ ਵਾਲਾ ਚੋਲਾ ਪਾ ਕੇ ਕਿਹਾ ਵੀ ਹਮ ਜੋਗੀ ਹੋਤੇ हैं। ਸ਼ਰਾਬੀ ਬੰਦੇ ਤੋਂ ਦੁਖੀ ਹੋ ਗਏ, ਘਰ ਵਾਲੀ ਮਰ ਗਈ ਤੇ ਸਭ ਕੁਛ ਹੀ ਵਿਕ ਗਿਆ। ਮੁੜ ਕੇ ਕਹਿਣਾ, ਸਿਰ ਮੂੰਹ ਮਨਾ ਕੇ ਅੱਡੀ ਵਰਗੀ ਟਿੰਡ ਕਰਕੇ ਕਹਿਣਾ ਹਮ ਸੰਨਿਆਸੀ ਹੋਤੇ हैं। ਇਸ ਤਰ੍ਹਾਂ ਦੀ ਅੱਜ ਕੱਲ੍ਹ ਦੇ ਜੋਗੀ ਤੇ ਸੰਨਿਆਸੀ ਨੇ ਹੱਥ ਵਿੱਚ ਡੰਡਾ ਤੇ ਕਮੰਡਲ ਕਾਠ ਦਾ ਭਾਂਡਾ ਫੜ ਲੈਂਦਾ ਹੈ, ਬ੍ਰਾਹਮਣ ਬਣ ਕੇ ਸਿਰ ਦੇ ਉੱਪਰ ਸਿਖਾ ਬੋਧੀ ਧਾਰਨ ਕਰਦਾ ਹੈ ਤੇ ਗਲ ਵਿੱਚ ਸੂਤ ਜਨੇਊ ਪੜਗਲ ਪਾਵੇ ਜਨੇਊ ਪਾਉਂਦਾ ਅਤੇ ਤੇੜ ਧੋਤੀ ਬੰਨ ਲੈਂਦਾ ਹੈ। ਤੀਰਥ ਗਾਵਨ ਆਤ ਭ੍ਰਮਣ ਕਰੈ, ਬ੍ਰਹਮਚਾਰੀ ਬਣ ਕੇ ਤੀਰਥਾਂ ਦੇ ਜਾਣਾ ਕਰਦਾ ਅਤੇ ਸੰਨਿਆਸੀ ਬਣ ਕੇ ਅਤਿਅੰਤ ਹੀ ਭਰਮਣਾ ਕਰਦਾ ਰਹਿੰਦਾ ਹੈ। ਰਾਮ ਨਾਮ ਬਿਨ ਸ਼ਾਂਤ ਨ ਆਵੈ, ਪਰ ਰਮੇ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਸ਼ਾਂਤੀ ਨਹੀਂ ਆਉਂਦੀ। ਜਪ ਹਰ ਹਰ ਨਾਮ ਸੋ ਪਾਰ ਪਰੈ, ਜੋ ਹਰੇ ਪਰੇ ਕਰਨ ਵਾਲੀ ਹਰੀ ਦਾ ਨਾਮ ਜਪਦਾ ਉਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਪੈਂਦਾ ਪਹੁੰਚਦਾ ਹੈ। ਜਟਾ ਮੁਕਟ ਤਨ ਭਸਮ ਲਗਾਈ, ਭਾਵੇਂ ਕੋਈ ਜਟਾਵਾਂ ਦਾ ਜੂੜਾ ਕਰਕੇ ਸਰੀਰ ਉੱਪਰ ਸਵਾਹ ਲਾਈ ਜਾਵੇ ਤੇ ਕੱਪੜਿਆਂ ਨੂੰ ਛੱਡ ਕੇ ਵਸਤਰ ਛੋੜ ਤਨ ਨਗਨ ਪਾਇਆ, ਕੱਪੜਿਆਂ ਨੂੰ ਛੱਡ ਕੇ ਸਰੀਰ ਕਰਕੇ ਨੰਗਾ ਹੋ ਗਿਆ ਹੋਵੇ। ਰਾਮ ਨਾਮ ਬਿਨ ਤ੍ਰਿਪਤ ਨ ਆਵੈ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਿਕ ਤ੍ਰਿਪਤੀ ਨਹੀਂ ਆਉਂਦੀ। ਕਿਰਤ ਕੈ ਬਾਂਧੈ ਭੇਖ ਪਾਇਆ, ਕਰਮਾਂ ਤੇ ਬੰਦੇ ਹੋਣੇ ਦਾ ਇਹ ਲਿਬਾਸ ਧਾਰਨ ਕੀਤਾ ਹੋਇਆ ਹੈ। ਜੀਤੇ ਜੀ ਜੰਤ ਜਲ ਥਲ ਮਹੀਲ, हे ਪ੍ਰਭੂ, ਜਿਤਨੇ ਵੀ ਛੋਟੇ ਵੱਡੇ ਜੀਵ ਜੰਤ ਪਾਣੀ ਵਾਲੀਆਂ ਥਾਵਾਂ ਤੇ ਖੁਸ਼ਕ ਥਾਵਾਂ ਦੇ ਵਿੱਚ ਵਸਦੇ ਨੇ, ਜਤਰ ਕਤਰ ਤੂੰ ਸਰਬ ਜੀਆ, ਜਿੱਥੇ ਕਿਤੇ ਵੀ ਤੂੰ ਸਾਰਿਆਂ ਜੀਆਂ ਦੇ ਅੰਦਰ ਵਿਆਪਕ ਹੈ ਜਾਂ ਸਭਨਾਂ ਦੀ ਪਾਲਣਾ ਕਰਦਾ ਹੈ। ਗੁਰ ਪ੍ਰਸਾਦ ਰਾਖ ਲੈ ਜਨ ਕਾ, ਗੁਰਾਂ ਦੀ ਕਿਰਪਾ ਦੁਆਰਾ ਮੈਨੂੰ ਦਾਸ ਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈਣਾ ਕਰ। ਹਰ ਰਸ ਨਾਨਕ ਝੋਲ ਪੀਆ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇਹ ਹਰੀ ਤੇਰੇ ਨਾਮ ਦੇ ਰਸ ਦੇ ਤਾਈਂ ਮੈਂ ਸੰਗਤ ਦੇ ਵਿੱਚ ਝੋਲ ਕੇ, ਜਿਵੇਂ ਦਹੀਂ ਨੂੰ ਚੰਗੀ ਤਰ੍ਹਾਂ ਝੋਲ ਕੇ ਘੋਚ ਮਚੋਲਾ ਕਰਕੇ ਰਿੜਕ ਕੇ ਤੇ ਲੱਸੀ ਪਾਣੀ ਜਿਹਾ ਵੱਖ ਕਰਕੇ ਜਿਹੜਾ ਉੱਪਰ ਮੱਖਣ ਤੈਰਦਾ ਹੁੰਦਾ ਉਹਨੂੰ ਉੱਪਰ ਦੀ ਝੋਲ ਕੇ ਵੱਖਰਾ ਕੱਢ ਲਈਦਾ, ਵਿੱਚ ਬਰਫ਼ ਪਾ ਕੇ ਚੰਗੀ ਤਰ੍ਹਾਂ ਰਿੜਕ ਕੇ ਘੋਲ ਘਾਲ ਕੇ ਮੱਖਣ ਨੂੰ ਪ੍ਰਾਪਤ ਕਰ ਲਈਦਾ। ਇਉਂ ਵਿਚਾਰ ਕਰਨ ਰੂਪੀ ਮੈਂ ਝੱਲ ਮਾਰਨਾ ਕਰਦਾ, ਝੋਲ ਮਹਾਰਸ ਹਰੀ ਅੰਮ੍ਰਿਤ ਬੀਜ ਝੋਲ ਕੇ ਉੱਪਰ ਦੀ ਅੰਮ੍ਰਿਤ ਨਾਮ ਰਸ ਨੂੰ ਮੈਂ ਪੀਣਾ ਕਰਦਾ ਹਾਂ। ਮਤਲਬ ਸੰਗਤ ਵਿੱਚ ਆਈਏ, ਕਿਸੇ ਹੋਰ ਪਾਸੇ ਧਿਆਨ ਨਾ ਕਰੀਏ। ਕੱਲ ਪਰਸੋਂ ਦੀ ਗੱਲ ਹੈ, ਸਵੇਰੇ 9 ਵਜੇ ਅਰਦਾਸ ਕਰ ਰਿਹਾ ਸੀਗਾ। ਹੁਣ ਬੱਚੇ ਸਾਂਭਣਾ ਤਾਂ ਅਰਦਾਸੀਏ ਦਾ ਕੰਮ ਨਹੀਂ, ਤਾਂ ਮਾਂ ਪਿਓ ਦਾ ਫਰਜ਼ ਬਣਦਾ। ਅਰਦਾਸੀਆ ਤਾਂ ਆਪਦੇ ਧਿਆਨ 'ਚ ਹੈ, ਮਗਰ ਦੀ ਬੱਚਾ ਦੌੜਿਆ ਆਇਆ ਤੇ ਸ਼ਸਤਰਾਂ ਦੇ ਉੱਪਰ ਚੜ ਗਿਆ। ਮੇਰੇ ਵਰਗੇ ਮੂਰਖ ਨੇ ਜਾ ਕੇ ਦਫ਼ਤਰ ਸ਼ਿਕਾਇਤ ਠੋਕਤੀ। ਹੁਣ ਉਹਨਾਂ ਨੂੰ ਕੀ ਪਤਾ ਅਰਦਾਸੀਏ ਦਾ ਕਸੂਰ ਰੱਖੇ ਜੀ, ਉਹਨੇ ਬੱਚੇ ਨੂੰ ਕਿਉਂ ਨਹੀਂ ਰੋਕਿਆ। ਹੁਣ ਅਰਦਾਸੀਏ ਦਾ ਅਰਦਾਸ ਕਰ ਰਹੇ, ਉਹਦਾ ਤਾਂ ਧਿਆਨ ਹੀ ਨਹੀਂ, ਬੱਚਾ ਤਾਂ ਪਿੱਛੋਂ ਦੀ ਦੌੜਿਆ ਆ। ਇਹ ਤਾਂ ਮਾਂ ਪਿਓ ਨੂੰ ਕੰਟਰੋਲ ਚਾਹੀਦਾ।
ਮਤਲਬ ਸਾਧ ਸੰਗਤ ਸਾਰੀ ਹੀ ਸਹਿਯੋਗ ਦੇਵੇ ਤਾਂ ਕਿ ਗੁਰੂ ਜੀ ਦਾ ਸਤਿਕਾਰ ਸੰਪੂਰਨ ਤੌਰ ਤੇ ਰਹਿ ਸਕੇ। ਸੰਗਤ ਵਿੱਚ ਆ ਕੇ ਜੇ ਆਪਾਂ ਇਹੀ ਕੋਸ਼ਿਸ਼ ਕਰਦੇ ਰਹੇ, ਛੋਟੀ ਛੋਟੀ ਗੱਲ ਤੋਂ ਝਗੜਾ ਖੜਾ ਕਰਨਾ, ਫਿਰ ਕੁਛ ਪ੍ਰਾਪਤ ਤਾਂ ਨਾ ਕਰ ਸਕੇ। ਮੈਨੂੰ ਦੱਸਿਓ ਤੁਸੀਂ, ਜੇ ਕੁਛ ਲੈਣਾ ਹੈ ਤਾਂ ਧਿਆਨ ਤਾਂ ਸ਼ਬਦ ਹੀ ਵਿਚਾਰ 'ਚ ਰੱਖਣਾ ਪਊਗਾ। ਜਿਹਨੂੰ ਵੇਖਣਾ ਆਏ ਉਹਨੂੰ ਤਾਂ ਵੇਖਿਆ ਹੀ ਨਹੀਂ। ਤੇ ਇਸ ਵਾਸਤੇ ਬੱਚੇ ਨੂੰ ਦੇਖ ਲਿਆ, ਅਰੇ ਵੀ ਨਹੀਂ ਵੇਖਿਆ ਵੀ ਗਲਤੀ ਰੀਅਲ ਤੌਰ ਤੇ ਕਿਸ ਦੀ ਹੈ। ਸੋ ਇੱਕ ਵਿਚਾਰਾ ਆਪਦੇ ਗਲ 'ਚ ਪਰਨਾ ਪਾ ਕੇ ਹੱਥ ਜੋੜ ਕੇ ਖੜਾ ਹੈ, ਸੇਵਾ ਦੇ ਵਿੱਚ ਹਾਜ਼ਰ ਹੈ। 3-4 ਘੰਟੇ ਉਹਦੇ ਲਈ ਪਰੇਸ਼ਾਨੀ ਖੜੀ ਕਰ ਦਿੱਤੀ। ਸੋ ਚੰਗੀ ਬਾਤ ਨਹੀਂ ਹੈ। ਸੰਗਤ ਦੇ ਵਿੱਚ ਆਈਏ ਤੇ ਸ਼ਬਦ ਦੀ ਵਿਚਾਰ ਦੇ ਵਿੱਚ ਆਪਦੇ ਚਿੱਤ ਨੂੰ, ਆਪਦੇ ਮਨ ਨੂੰ ਸਾਧ ਸੰਗਤ ਜੀ ਲਾਉਣਾ ਕਰੀਏ। ਜੇ ਅਸੀਂ ਸੱਚਮੁੱਚ ਹੀ ਅੰਮ੍ਰਿਤ ਨਾਮ ਰਸ ਨੂੰ ਛਕਣਾ ਚਾਹੁੰਦੇ ਹਾਂ, ਅੰਮ੍ਰਿਤ ਰਸ ਹਰ ਕੀਰਤਨੋ, ਪਰ ਸਾਰੇ ਨਹੀਂ, ਕੋ ਬਿਰਲਾ ਪੀਵੇ। ਜੇ 1000 ਬੰਦਾ ਇਕੱਠਾ ਹੋਇਆ, ਜ਼ਰੂਰੀ ਨਹੀਂ ਵੀ 1000 ਹੀ ਪੀਂਦਾ ਹੋਊਗਾ। ਮੇਰੇ ਵਰਗੇ ਤਾਂ ਆਈਸਕ੍ਰੀਮਾਂ ਖਾਣ ਆਉਂਦੇ ਨੇ, ਮੈਨੂੰ ਮਾਫ ਕਰਨਾ। ਲੰਗਰ ਤਾਂ ਸਾਧ ਸੰਗਤ ਵਾਸਤੇ ਹੀ ਆ, ਗੁਰੂ ਪਿਆਰੀਆਂ ਸੰਗਤਾਂ ਵਾਸਤੇ। ਸੰਗਤਾਂ ਹੀ ਸੇਵਾ ਕਰਦੀਆਂ ਨੇ। ਪਰ ਜੇ ਉੱਥੇ ਲੈਣ 'ਚ ਲੱਗ ਗਏ ਤੇ ਸ਼ਬਦ ਪੂਰੇ ਦਾ ਪੂਰਾ ਹੀ ਲੰਘ ਗਿਆ, ਖਾਣ ਪੀਣ ਦੇ ਵਿੱਚ ਹੀ ਘੰਟਾ ਗੁਜ਼ਰ ਗਿਆ, ਕੀਰਤਨ ਕਿੰਨੇ ਸੁਣਨਾ। ਅੰਮ੍ਰਿਤ ਰਸ ਹਰ ਕੀਰਤਨੋ ਕੋ ਬਿਰਲਾ ਪੀਵੈ, ਵਜੋ ਨਾਨਕ ਮਿਲਾਏ ਇੱਕ ਨਾਮ ਰਿਦ ਜਪ ਜਪ ਜੀਵੈ। ਹਜੂਰ ਸਾਹਿਬ ਗਏ ਤੇ ਮਾਰਕੀਟ 'ਚ ਹੀ ਘੁੰਮਦੇ ਰਹੇ। ਗਿਰੀ ਦਾ ਤੇਲ ਕਿੱਥੇ ਸਸਤਾ ਮਿਲਦਾ, ਕਿੱਥੇ ਮਹਿੰਗਾ ਮਿਲਦਾ, ਕਿਤੇ ਨਸ਼ਾ ਪਤਾ ਸਸਤਾ, ਕਿਤੇ ਮਹਿੰਗਾ। ਸ਼ੋਪਿੰਗ ਹੀ ਕਰਦੇ ਰਹੇ। ਫਤਿਹਗੜ੍ਹ ਸਾਹਿਬ ਜਾ ਕੇ ਸ਼ਬਦ ਕੀਰਤਨ ਦਾ ਬਹਿ ਕੇ ਸੁਣਿਆ ਹੀ ਨਹੀਂ। ਰਾਗੀਆਂ ਦੇ ਮਗਰ ਦੱਸੋ ਕੌਣ ਬੈਠਾ ਹੁੰਦਾ। ਇਸ ਵਾਸਤੇ ਮਹਾਰਾਜ ਦੀ ਕਿਰਪਾ ਹੋਵੇ ਤੇ ਤਾਂ ਹੀ ਸ਼ਬਦ ਵਿੱਚ ਚਿੱਤ ਜੁੜਦਾ ਹੈ। ਕੋਈ ਵਿਰਲਾ ਭਾਗਾਂ ਵਾਲਾ ਹੈ ਜਿਨ੍ਹਾਂ ਨੇ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਨਹੀਂ ਤਾਂ ਅਸੀਂ ਆਪਦੀਆਂ ਕਹਾਣੀਆਂ ਪਾਉਂਦੇ ਹਾਂ, ਧੀਆਂ ਪੁੱਤਾਂ ਦੀਆਂ, ਘਰ-ਬਾਰ ਦੀਆਂ, ਨਿੰਦਿਆ ਚੁਗਲੀ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਗਾਂਹ ਜਾਂਦੇ ਆ। ਆਪਦੀਆਂ ਕਹਾਣੀਆਂ ਨਹੀਂ ਸਾਡੀਆਂ ਮੁੱਕਦੀਆਂ, ਤੇ ਗੁਰੂ ਦੀਆਂ ਕਹਾਣੀਆਂ ਆਪਾਂ ਕਿੱਥੋਂ ਸੁਣ ਸਕਦੇ ਹਾਂ। ਕਿਸੇ ਵਿਰਲੇ ਨੇ ਹੀ ਕਹਿੰਦੇ ਨੇ ਰਾਜਾ ਰਾਮ ਦੀ ਕਹਾਣੀ ਨੂੰ ਜਾਣਿਆ ਹੈ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਪਾਸ਼ਾ ਜੀ ਕਥਨ ਕਰਦੇ ਨੇ, ਗੁਰ ਪ੍ਰਸਾਦ ਰਾਖ ਲਈ ਜਨ ਕਾ। ਗੁਰਾਂ ਦੀ ਕਿਰਪਾ ਦੁਆਰਾ ਮੈਂ ਦਾਸ ਨੂੰ ਆਪਣੀ ਸ਼ਰਨ ਦੇ ਵਿੱਚ ਇਹ ਪਾਤਸ਼ਾਹ ਰੱਖ ਲੈਣਾ ਕਰੋ। ਹਰ ਰਸ ਨਾਨਕ ਝੋਲ ਪੀਆ। ਇਹ ਹਰੀ ਤੇਰੇ ਹਰੀ ਨਾਮ ਰਸ ਦੇ ਤਾਈ ਮੈਂ ਸੰਗਤ ਵਿੱਚ ਵਿਚਾਰ ਕੇ ਪੀਣਾ ਕਰਦਾ। ਵਿਚਾਰ ਕਰਨ ਰੂਪੀ ਝੱਲ ਮਾਰਨਾ ਕਰਦਾ। ਆਗ ਭੈਰਵ ਮਹਲਾ ਤੀਜਾ। ਭੈਰੂ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਚੌਪਦੇ ਘਰ ਪਹਿਲਾ। 4-4 ਪਦੀਆਂ ਵਾਲੇ ਸ਼ਬਦ ਪਹਿਲੇ ਸੁਰਤਾਲ ਵਿੱਚ ਉਚਾਰਨ ਕਰ ਰਹੇ ਹਨ। ਪਹਿਲੇ ਪਾਤਸ਼ਾਹ ਦੇ ਸ਼ਬਦ ਇੱਥੇ ਸੰਪੂਰਨ ਹੋਏ ਨੇ, ਤੀਜੇ ਪਾਤਸ਼ਾਹ ਦੇ ਸ਼ਬਦ ਪ੍ਰਾਰੰਭ ਹੋ ਰਹੇ ਹਨ। ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਾਤ ਕਾ ਗਰਭ ਨਾ ਕਰਿਓ ਕੋਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਕੁਝ ਬ੍ਰਾਹਮਣ ਆਏ। ਉਹਨਾਂ ਨੇ ਆਪਣੇ ਆਪ ਨੂੰ ਸਭ ਤੋਂ ਸ੍ਰੇਸ਼ਟ ਕਥਨ ਕਰਦਿਆਂ ਆਪਣੀ ਜਾਤ ਦਾ ਹੰਕਾਰ ਕੀਤਾ। ਤਦੋਂ ਉਹਨਾਂ ਦੀ ਜਾਤ ਦਾ ਹੰਕਾਰ ਤੋੜਨ ਲਈ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਕਥਨ ਕਰਦੇ ਨੇ। ਹੁਣ ਇੱਥੇ ਵੈਸੇ ਬ੍ਰਾਹਮਣ ਤਾਂ ਕੋਈ ਬੈਠਾ ਨਹੀਂ ਹੋਇਆ, ਆਪਾਂ ਹੀ ਲੋਕ ਬੈਠੇ ਹੋਏ ਆ। ਹੇ ਭਾਈ, ਆਪਣੀ ਜਾਤੀ ਦਾ, ਆਪਣੀ ਬੁੱਧ ਦਾ ਹੰਕਾਰ ਕੋਈ ਵੀ ਨਾ ਕਰੋ। ਮੇਰੇ ਵਰਗੇ ਸੋਚਦੇ ਵੀ ਮੈਂ ਹੀ ਗਿਆਨੀ ਆ, ਬਾਕੀ ਤਾਂ ਸਭ ਐਵੇਂ ਹੀ ਨੇ।
ਪਰ ਗੁਰੂ ਘਰ ਦੇ ਵਿੱਚ ਕਹਿੰਦੇ ਜੋ ਪ੍ਰਾਣੀ ਗੋਬਿੰਦ ਤੇ ਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ। ਜਾਤ ਨਾਮ ਬੁੱਧੀ ਦਾ, ਜਾਤ ਨਾਮ ਜਾਤੀ ਦਾ ਹੈ। ਨਾ ਤਾਂ ਬੁੱਧੀ ਦਾ ਹੰਕਾਰ ਕਰੋ, ਨਾ ਹੀ ਆਪਣੀ ਉੱਚੀ ਜਾਤ ਦਾ ਹੰਕਾਰ ਕਰੋ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜੋ ਪਰਮਾਤਮਾ ਨੂੰ ਜਾਣ ਲੈਂਦਾ ਅਸਲ ਦੇ ਵਿੱਚ ਉਹੀ ਬ੍ਰਾਹਮਣ ਹੋ ਸਕਦਾ ਹੈ। ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਬੁਲਾਏ ਨਮ ਨਿਧੀ 18 ਸਿੱਧੀ ਪਿਛੇ ਲੱਗੀਆਂ ਫਿਰ ਹੈ। ਜੋ ਹਰ ਹਿਰਦੈ ਸਦਾ ਵਸਾਏ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਰਾੜ ਜੱਟ ਸਨ ਤੇ ਟਕਸਾਲ ਦੇ ਮੁਖੀ ਬਣੇ। ਉਹਨਾਂ ਨੇ ਹੈਡ ਗ੍ਰੰਥੀ ਕਿਹੜਾ ਲਾਇਆ? ਆ ਤੁਹਾਡੇ ਕੋਲ ਹੀ, ਇੱਥੋਂ 60 ਕਿਲੋਮੀਟਰ ਦੀ ਦੂਰੀ ਤੇ ਰੋਪੜ ਦੇ ਨਜ਼ਦੀਕ ਪਣਿਆਲੀ ਪਿੰਡ ਹੈ। ਪਣਿਆਲੀ ਇੰਨੇ ਪਿਆਰ ਵਾਲੇ ਗੁਰਮੁਖ ਮੈਨੂੰ ਨਾ ਹਰ ਸਾਲ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਜਨਵਰੀ 'ਚ ਹੁੰਦਾ, ਕਹਿਣਾ ਸਾਡੇ ਪਿੰਡ ਕਥਾ ਕਰ ਆਏਗਾ। ਸਾਡੇ ਲੋਕਾਂ ਕੋਲ ਪੈਸੇ ਨਹੀਂ ਤੇ ਬੱਸੇ ਤੁਹਾਡੀ ਬਾਜੀ ਰਖਾ ਦਿਆਂਗੇ, ਉਤੋਂ ਬੱਸ ਤੋਂ ਲਾਹ ਕੇ ਲੈ ਜਾਣਗੇ। ਮੈਂ ਕਿਹਾ ਕੋਈ ਗੱਲ ਨਹੀਂ। ਕਹਿੰਦੇ ਗੱਡੀ ਦਾ ਕਿਰਾਇਆ ਨਹੀਂ ਉਹਨਾਂ ਕੋਲ ਹੁੰਦਾ ਤੇ ਰੋਟੀ ਪਾਣੀ ਦਾ ਪ੍ਰਬੰਧ ਕਿਤੇ ਹੋਰ ਕਰ ਦਿਆਂਗੇ। ਚਮਾਰ ਜਾਤੀ ਨਾਲ ਸੰਬੰਧਿਤ ਗਿਆਨੀ ਗੁਰਦੀਪ ਸਿੰਘ ਜੀ, ਪਰ ਉਹਨਾਂ ਦੇ ਹੱਥ ਦੀ ਸਫਾਈ। ਜਦ ਮਹਾਰਾਜ ਦਾ ਸੁੱਖ ਆਸਨ ਕਰਨਾ, ਇੱਕ ਵਾਰ ਮੈਨੂੰ ਕਹਿੰਦੇ ਵੀ ਵੱਟ ਨਹੀਂ ਹੋਣਾ ਚਾਹੀਦਾ। ਸਾਡੀ ਚਾਦਰ 'ਚ ਵੱਟ ਪਿਆ ਹੋਵੇ, ਰਾਤ ਨੀਂਦ ਨਹੀਂ ਆਉਂਦੀ। ਕਹਿੰਦੇ ਇਸ ਤਰ੍ਹਾਂ ਸੁੱਖ ਆਸਨ ਕਰਨਾ ਵੀ ਵੱਟ ਨਹੀਂ ਹੋਵੇ। ਆਪ ਕਰਨਾ ਸਿਖਾਇਆ ਤੇ ਸੱਜੇ ਤੋਂ ਲੈ ਕੇ ਜਿਸ ਤਰ੍ਹਾਂ ਚੱਕੀ ਘੁਮਾਈ ਦੀ, ਇਸ ਤਰ੍ਹਾਂ ਸੁੱਖ ਆਸਨ ਵਾਲੇ 2 ਰੁਮਾਲਿਆਂ 'ਚ ਪਾਤਸ਼ਾਹ ਜੀ ਦਾ ਸੁੱਖ ਆਸਨ ਕਰਨਾ। ਗਾਤਰਾ ਸਿੰਧ ਬਹੁਤ ਸਾਫ ਸਫਾਈ ਨਾਲ ਪੋਥੀਆਂ ਸਾਹਿਬ ਤੇ ਚੋਲੀਆਂ ਚੜਾਉਂਦੇ। ਹੁਣ ਵੀ ਇੰਗਲੈਂਡ ਦੇ ਵਿੱਚ ਲੈਸਟਰ ਸ਼ਹਿਰ ਦੇ ਵਿੱਚ ਉਹਨਾਂ ਨੇ ਗੁਰਮੁਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਜਿਲਦਾਂ ਬੰਨ੍ਹਣ ਲਈ ਪੱਤਰੇ ਸਾਹਿਬਾਂ ਦੀ ਸੇਵਾ ਲਈ ਬੁਲਾਇਆ ਸੀਗਾ। ਮਹਾਰਾਜ ਦਾ ਸਤਿਕਾਰ ਇਹਨਾਂ ਮਨ ਵਿੱਚ। ਉਹ ਦਮਦਮੀ ਟਕਸਾਲ ਦੇ ਕਾਫੀ ਸਾਲ ਹੈਡ ਗ੍ਰੰਥੀ ਰਹੇ ਤੇ ਇਸ ਵਾਸਤੇ ਮਹਾਰਾਜ ਕਹਿੰਦੇ ਜਿਹਨੇ ਪਰਮਾਤਮਾ ਨੂੰ ਜਾਣ ਲਿਆ ਅਸਲ 'ਚ ਉਹੀ ਬ੍ਰਾਹਮਣ ਉੱਚੀ ਜਾਤ ਵਾਲਾ ਹੈ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ। ਇਹ ਸ਼ਾਸਤਰ ਗਿਆਨ ਤੋਂ ਰਹਿਤ ਮੂਰਖਾ ਤੇ ਪਰਮਾਰਥ ਤੋਂ ਰਹਿਤ ਬੇਸਮਝ ਜੀਵਾ। ਜਿੰਨੇ ਗੁਰੂ ਹੋਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕੋਈ ਜੱਟ ਜ਼ਿਮੀਂਦਾਰ ਨਹੀਂ ਸੀਗਾ, ਸਭ ਖੱਤਰੀ ਸੀਗੇ। ਹੰਸਾਲੀ ਵਾਲੀ ਮਹਾਂਪੁਰਖ ਤੁਸੀਂ ਦੱਸੋ ਕਿਹੜੀ ਜਾਤ 'ਚੋਂ ਸੀ? ਰਾਮਗੜੀਆਂ ਮਿਸਤਰੀ। ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਉਹ ਮਿਸਤਰੀ ਰਾਮਗੜੀਆ। ਤੇ ਹੁਣ ਪਿਆਰੇ ਗੇਜਾ ਸਿੰਘ ਜੀ ਮਹਾਂਪੁਰਖ, ਬਹੁਤ ਸਤਿਕਾਰ ਵਾਲੀ ਰੂਹ, ਤੇ ਉਹ ਵੀ ਮਹਿਰਾ ਜਾਤ ਵਿੱਚੋਂ ਹਨ। ਤੋ ਇਸ ਵਾਸਤੇ ਜਾਤ ਨਹੀਂ ਗੁਰਦੁਆਰੇ ਪਹਿਚਾਣੀ ਜਾਂਦੀ, ਇੱਥੇ ਤਾਂ ਗਿਆਨ ਪਹਿਚਾਣਿਆ ਜਾਂਦਾ। ਮਰਦਾਨਾ ਵੇਖੋ 82 ਤੇ ਮੁਸਲਮਾਨ ਸੀਗਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਈਆਂ ਨੇ ਤਰਕ ਵੀ ਕੀਤੀ ਵੀ ਕਿਹਨੂੰ ਨਾਲ ਲਈ ਫਿਰਦੇ ਹੋ। ਮਲਕ ਭਾਗੋ ਨੇ ਭਾਈ ਲਾਲੋ ਤੇ ਮਰਦਾਨੀ ਆਦਿ ਤੇ ਤਰਕ ਕੀਤੀ। ਮਰ ਕਹਿੰਦੇ ਲਿਆ ਆਪਦੇ ਭੂੜੇ, ਮੈਂ ਤੈਨੂੰ ਦਿਖਾਉਣਾ, ਤੂੰ ਵੱਡਾ ਖੱਤਰੀ ਬਣਿਆ ਫਿਰਦਾ। ਉਹਨੂੰ ਹੱਥ ਵਿੱਚ ਪਕੜ ਕੇ ਤੇ ਖੂਨ ਕੱਢ ਕੇ ਦਿਖਾਇਆ ਸੀਗਾ। ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦਸਾਂ ਨੌਂ ਦੀ ਕਿਰਤ ਦਾ ਲਾਭ ਬੜਾ ਹੁੰਦਾ, ਬਰਕਤ ਬੜੀ ਹੁੰਦੀ, ਦੁੱਧ ਕੱਢ ਕੇ ਦਿਖਾਇਆ। ਇਸ ਲਈ ਇਹ ਮੂਰਖ ਬੇਸਮਝਾ ਆਪਣੀ ਜਾਤੀ ਦਾ ਆਪਣੀ ਬੁੱਧੀ ਦਾ ਹੰਕਾਰ ਨਾ ਕਰ। ਪੜ੍ਹਿਆ ਮੂਰਖ ਆਖੀਆ ਜਿਸ ਲੱਭ ਲੋਭ ਅਹੰਕਾਰ। ਇਸ ਗਰਭ ਤੇ ਚਲਹਿ ਬਹੁਤ ਵਿਕਾਰਾ। ਹੰਕਾਰੀ ਬੰਦੇ ਦੀ ਜ਼ਬਾਨ 'ਚ ਕੀੜੇ ਪੈਂਦੇ ਨੇ, ਕੀੜੇ ਪੈ ਕੇ ਮਰਦਾ ਉਹ, ਸਰੀਰ 'ਚ ਕੀੜੇ ਪੈ ਜਾਂਦੇ ਨੇ। ਆ ਜਿਹੜੇ ਵਿਕਾਰ ਨੇ ਕੀੜਿਆਂ ਦੀ ਤਰ੍ਹਾਂ ਹੀ ਨੇ,
ਅੰਦਰੋਂ ਖੋਖਲਾ ਕਰ ਦਿੰਦੇ। ਕਾਮ ਕ੍ਰੋਧ ਰੂਪ ਇਹ ਕੀੜੇ ਵਿਕਾਰ ਚੱਲਣ ਲੱਗ ਪੈਂਦੇ ਨੇ। ਰਹਾਉ। ਵਿਸ਼ਰਾਮ ਦੇ ਕੇ ਫਰਮਾਨ ਕਰਦੇ, ਬੰਦੇ ਦਾ ਸਰੀਰ ਉਹਦੀ ਬੁੱਧੀ ਸੜਿਆਣ ਮਾਰਦੀ ਹੈ। ਮਾਇਆ ਧਾਰੀ ਤੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਚਾਰੇ ਵਰਨ ਆਖੈ ਸਭ ਕੋਈ, ਖੱਤਰੀ ਬ੍ਰਾਹਮਣ ਸ਼ੂਦਰ ਵੈਸੇ ਚਾਰੇ ਵਰਨ ਸਭ ਕੋਈ ਭਿੰਨ ਭਿੰਨ ਆਖਦੇ ਨੇ। ਬ੍ਰਹਮ ਬਿੰਦ ਤੇ ਸਭ ਉਪਤ ਹੋਈ, ਪਰ ਪਰਮਾਤਮਾ ਦੀ ਜੋਤ ਰੂਪ ਅੰਸ਼ ਤੋਂ ਹੀ ਸਾਰੀਆਂ ਦੀ ਉਤਪਤੀ ਹੋਈ ਹੈ। ਬ੍ਰਹਮ ਦੀ ਬੂੰਦ ਭਾਵ ਪਾਣੀ ਤੋਂ ਸਭ ਦੀ ਉਤਪਤੀ ਹੋਈ ਹੈ। ਇਹ ਬਿੰਦ ਜਾਣੋ ਕਿ ਬ੍ਰਹਮ ਤੋਂ ਹੀ ਸਭ ਦੀ ਪੈਦਾਇਸ਼ ਹੋਈ ਹੈ, ਜਾਂ ਬ੍ਰਹਮ ਦੇ ਜਾਣਨ ਕਰਕੇ ਬ੍ਰਾਹਮਣ ਪੁਣੀ ਦੀ ਪੈਦਾਇਸ਼ ਹੁੰਦੀ ਹੈ। ਮਾਟੀ ਏਕ ਸਗਲ ਸੰਸਾਰਾ, ਇਹ ਸਾਰਾ ਹੀ ਜਗਤ ਪੰਜਾਂ ਤੱਤਾਂ ਦੀ ਇੱਕ ਮਿੱਟੀ ਤੋਂ ਹੀ ਬਣਿਆ ਹੋਇਆ ਹੈ। ਬ੍ਰਾਹਮਣ ਦਾ ਸਰੀਰ, ਉੱਚੀ ਜਾਤ ਵਾਲੇ ਦਾ ਸਰੀਰ ਕੋਈ ਸੋਨੇ ਦਾ ਤਾਂ ਨਹੀਂ ਬਣਿਆ ਹੋਇਆ। ਬਹੁ ਬਿਦ ਭਾਂਡੇ ਘੜੈ ਕੁਮਾਰਾ, ਜਿਵੇਂ ਇੱਕ ਮਿੱਟੀ ਤੋਂ ਘੁਮਿਆਰ ਬਹੁਤ ਤਰ੍ਹਾਂ ਦੇ ਭਾਂਡੇ ਘੜਦਾ ਬਣਾਉਂਦਾ ਹੈ, ਇਸੇ ਪ੍ਰਕਾਰ ਈਸ਼ਰ ਰੂਪ ਘੁਮਿਆਰ ਨੇ ਪੰਜਾਂ ਤੱਤਾਂ ਦੀ ਮਿੱਟੀ ਤੋਂ ਰਾਜਸੀ, ਤਾਮਸੀ, ਸਾਂਦਕੀ ਸੁਭਾਵਾਂ ਵਾਲੇ ਜਾਂ ਚਾਰੇ ਖਾਣੀਆਂ ਵਾਲੇ ਅਨੇਕਾਂ ਜੀਵ ਰੂਪ ਭਾਂਡੇ ਘੜਨਾ ਕੀਤੇ ਹਨ। ਪੰਜ ਤਤ ਮਿਲ ਦੇਹੀ ਕਾ ਆਕਾਰਾ, ਇਹਨਾਂ ਪੰਜ ਤੱਤਾਂ ਨੂੰ 25 ਪ੍ਰਕਿਰਤੀਆਂ 'ਚ ਮੇਲ ਕੇ ਸਥੂਲ ਸਰੀਰ ਦਾ ਆਕਾਰ ਢਾਂਚਾ ਬਣਾਉਣਾ ਕੀਤਾ। ਭਾਵ ਅਵਿਦਿਆ ਕਰਕੇ ਜੀਵਾਂ ਦੇ ਕਾਰਨ ਸਰੀਰ ਨੇ 17 ਸੂਖਮ ਦੱਤਾ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਸੂਖਮ ਦੱਤ ਮਨ ਤੇ ਬੁੱਧ ਦਾ। ਸੂਖਮ ਸਰੀਰ ਤੇ 5 ਤੱਤਾਂ ਨੂੰ 25 ਹਿੱਸਿਆਂ 'ਚ ਵੰਡ ਕੇ 25 ਪ੍ਰਕਿਰਤੀਆਂ ਦੁਆਰਾ ਅਸਤੂਲ ਸਰੀਰ ਰਚਨਾ ਕੀਤੇ ਹਨ। ਘਟ ਵੱਧ ਕੋ ਕਰੈ ਵਿਚਾਰਾ, ਕਿਹੜਾ ਨਿਰਣਾ ਕਰ ਸਕਦਾ ਕਿ ਇਸ ਵਿੱਚ ਆਹ ਚੀਜ਼ ਘੱਟ ਹੈ, ਇਹਦੇ ਵਿੱਚ ਆਹ ਚੀਜ਼ ਵੱਧ? ਭਾਵ ਕਿ ਕੌਣ ਕਹਿ ਸਕਦਾ ਕਿ ਕਿਸੇ ਵਰਨ ਵਿੱਚ ਥੋੜੇ ਤੱਤ ਨੇ? ਭਾਵ ਕੋਈ ਨਹੀਂ ਆਖ ਸਕਦਾ। ਕਹਿਤ ਨਾਨਕ ਇਹੋ ਜਿਉ ਕਰਮ ਬੰਦ ਹੋਈ, ਸਤਿਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਨੇ ਕਿ ਜੀਵ ਤਾਂ ਕਰਮਾਂ ਦਾ ਬੱਝਿਆ ਹੋਇਆ ਹੈ। ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ, ਸਤਿਗੁਰੂ ਜੀ ਦੇ ਮਿਲਣ ਤੋਂ ਬਿਨਾਂ ਇਹਨਾਂ ਕਰਮਾਂ, ਇਹਨਾਂ ਬੰਧਨਾਂ ਤੋਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਰਥ ਬਖਸ਼ਣੀ। ਕਹਿਤ ਨਾਨਕ ਇਹੋ ਜਿਉ ਕਰਮ ਬੰਦ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।